ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ, ਜਿਹੜੇ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਹੈ, ਇਸ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਨੰਬਰ 408-272-2500 4082722500। ਚਰਨਜੀਤ ਸਿੰਘ ਜੀ, ਮੰਜ਼ਲ ਭਰਾ ਦਲੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਚਾਂਪੁਰ ਅਤੇ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ, ਜਿਨ੍ਹਾਂ ਦੇ ਕੋਲੋਂ ਟਰੱਕਰ ਵੀਰ ਜਿਹੜੇ ਆ ਫੈਕਟਰਿੰਗ ਦੀਆਂ ਸੇਵਾਵਾਂ ਲੈ ਸਕਦੇ ਆ। ਉਹਨਾਂ ਦਾ ਨੰਬਰ 408-272-2600। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 408-722-7698 4082-722-7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਾਂਗੇ, ਜਿਸ ਦੇ ਕਰਕੇ ਹੀ ਪੂਰੇ ਦੇਸ਼ ਦੇ ਵਿੱਚ ਇਸ ਟਾਈਮ ਗਹਿਮਾ ਗਹਿਮੀ ਦਾ ਮਾਹੌਲ ਆ। ਹਰ ਇੱਕ ਚੀਜ਼ ਜਿਹੜੀ ਹੈ ਜੀ ਗਰਮਾਈ ਹੋਈ ਆ ਦਿੱਲੀ ਦੀਆਂ ਚੋਣਾਂ ਨੂੰ ਲੈ ਕੇ। ਸੋ ਵੋਟਾਂ ਪੈਣ ਦਾ ਜਿਹੜਾ ਸਿਲਸਿਲਾ ਹੈ ਆਲਰੇਡੀ ਸ਼ੁਰੂ ਹੋ ਚੁੱਕਾ ਆ। ਸੋ ਕੀ ਤਾਜ਼ਾ ਜਿਹੜੀ ਜੀ ਅਪਡੇਟ ਹੈਗੀ? ਬਿਲਕੁਲ ਜੀ, ਵੋਟਾਂ ਜਿਹੜੀਆਂ ਉਹ ਪੈ ਰਹੀਆਂ ਨੇ ਔਰ ਮੌਸਮ ਠੀਕ ਹੈ। ਇੱਕ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਸ਼ਾਇਦ ਮੌਸਮ ਖਰਾਬ ਨਾ ਹੋਵੇ, ਤੋ ਇਹਦੇ ਨਾਲ ਮੇਰਾ ਖਿਆਲ ਰਿਕਾਰਡ ਜਿਹੜਾ ਜੀ ਉਹ ਵੋਟਾਂ ਪੈਣਗੀਆਂ। 70% ਪਲੱਸ ਜਿਹੜੀ ਆਸ ਕੀਤੀ ਜਾ ਰਹੀ ਹੈ ਕਿ 70% ਵੋਟਾਂ ਜਿਹੜੀਆਂ ਭੁਗਤਣਗੀਆਂ। ਲੰਬੀਆਂ ਲਾਈਨਾਂ ਜਿਹੜੀਆਂ ਨੇ ਜੀ ਉਹ ਲੱਗ ਗਈਆਂ ਵੋਟਾਂ ਦਾ ਕੰਮ ਸ਼ੁਰੂ ਹੋਣ ਸਾਰ ਜੀ। ਤੇ ਜਿਹੜੇ VIP ਲੋਕ ਨੇ ਜੀ, ਉਹਨਾਂ ਦੇ ਮੂਹਰੇ ਆਉਣ ਦੇ ਨਾਲ ਇੱਕਦਮ ਸਵੇਰੇ ਸਵੇਰੇ ਇਹਦੇ ਨਾਲ ਜਿਹੜਾ ਜੀ ਉਹ ਫਰਕ ਇਹ ਪੈ ਗਿਆ ਕਿ ਲੋਕ ਜਿਹੜੇ ਉਹ ਫਿਰ ਨਿਕਲਦੇ ਨੇ ਜੀ। ਜਿਹੜੀ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ, ਉਹਨਾਂ ਨੇ ਸਿਰ ਧੜ ਦੀ ਬਾਜੀ ਦੋਨਾਂ ਦੀ ਜਿਹੜੀ ਆ ਉਹ ਲੱਗੀ ਹੋਈ ਆ। ਕਾਂਗਰਸ ਦੀ ਹਾਲਤ ਜਿਹੜੀ ਹੈ ਜੀ ਉਹ ਪਤਲੀ ਕਹੀ ਜਾ ਸਕਦੀ ਆ। ਇਹ ਹਾਲਾਤ ਬਣੇ ਜੀ, ਸ਼ੀਲਾ ਦੀਕਸ਼ਿਤ ਹੋਰੀ ਵੋਟ ਪਾਉਣ ਆਏ ਹੁਣੇ ਕੱਲੇ, ਕੋਈ ਵੀ ਨਾਲ ਨਹੀਂ ਸੀਗਾ ਉਹਨਾਂ ਦੇ। ਇਹੋ ਜਿਹੀ ਪਤਲੀ ਹਾਲਤ ਜਿਹੜੀ ਹੈ ਜੀ ਉਹ ਕਾਂਗਰਸ ਦੀ ਬਣੀ ਹੋਈ ਆ। ਕਾਂਗਰਸ ਦੇ ਮਾਕਨ ਸਾਹਿਬ ਦਾ ਹੁਣੇ ਬਿਆਨ ਜਿਹੜਾ ਉਹ ਆ ਰਿਹਾ ਸੀਗਾ, ਉਹ ਕਹਿ ਰਹੇ ਸੀਗੇ ਕਿ ਨਾ ਅਸੀਂ ਆਮ ਆਦਮੀ ਪਾਰਟੀ ਨੂੰ ਸਪੋਰਟ ਦੇਵਾਂਗੇ, ਨਾ ਆਮ ਆਦਮੀ ਪਾਰਟੀ ਤੋਂ ਸਪੋਰਟ ਲਵਾਂਗੇ। ਸੋ ਮੈਨੂੰ ਏਦਾਂ ਦਾ ਲੱਗ ਰਿਹਾ ਸੀ ਜਿਵੇਂ ਵਰਲਡ ਕੱਪ ਦੇ ਵਿੱਚ ਕੀਨੀਆ ਦੀ ਟੀਮ ਕਹਿ ਰਹੀ ਹੋਵੇ ਐਤਕੀ ਅਸੀਂ ਨਹੀਂ ਜਿੱਤਣਾ, ਲਓ ਤੁਸੀਂ ਜਿੱਤ ਲਓ। ਜਿਹੜਾ ਕੱਲ ਸ਼ਾਮੀ ਸੀਗਾ ਨਾ ਜੀ, ਇੱਕ ਨਵਾਂ ਸ਼ਗੂਫਾ ਜਿਹੜਾ ਉਹ ਛੱਡਿਆ ਗਿਆ, ਉਹ ਸੀਗਾ ਜੀ ਸ਼ਾਹੀ ਇਮਾਮ ਦਾ। ਸ਼ਾਹੀ ਇਮਾਮ ਨੇ ਜਦੋਂ ਸਪੋਰਟ ਜਿਹੜੀ ਕੀਤੀ ਹੈ ਜੀ ਆਮ ਆਦਮੀ ਪਾਰਟੀ ਦੀ, ਉਹ ਇੱਕ ਚਾਲ ਸੀਗੀ। ਚਾਲ ਜਿਹੜੀ ਸੀ, ਇਹ ਤੋਂ ਲੱਗਦਾ ਜੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਜਾਂ ਆਮ ਆਦਮੀ ਪਾਰਟੀ ਹੈ ਜੀ ਉਹ ਮੈਚਿਓਰ ਹੋ ਗਈ ਹੈ ਕਾਫੀ ਇਸ ਮਾਮਲੇ ਦੇ ਉੱਤੇ। ਉਹਨਾਂ ਨੇ ਇਹ ਜਿਹੜਾ ਦੀ ਨਕਾਰ ਦਿੱਤੀ ਸਪੋਰਟ। ਇਹ ਕਿਹਾ ਕਿ ਸਾਨੂੰ ਸਾਰੇ ਧਰਮਾਂ ਦੀ ਸਪੋਰਟ ਜਿਹੜੀ ਹਾਸਲ ਆ, ਅਸੀਂ ਕਿਸੇ ਵਿਸ਼ੇਸ਼ ਤੋਂ ਸਪੋਰਟ ਜਿਹੜੀ ਨਹੀਂ ਲੈਣੀ। ਕਿਉਂਕਿ ਜਦੋਂ ਸ਼ਾਹੀ ਇਮਾਮ ਨੇ ਬਿਆਨ ਦਿੱਤਾ ਜੀ, ਤੁਸੀਂ ਹੈਰਾਨ ਹੋਵੋਗੇ, ਨਾਲ ਦੀ ਨਾਲ ਇਹ ਤੋਂ ਪਹਿਲਾਂ ਕਿ ਰਿਐਕਟ ਜਿਹੜਾ ਜੀ ਅਗਲੀ ਪਾਰਟੀ ਤੋਂ ਹੁੰਦਾ ਜਿਹਨੂੰ ਉਹ ਸਪੋਰਟ ਦੇ ਰਹੇ ਨੇ, ਉਦੋਂ ਪਹਿਲਾਂ ਜਿਹੜਾ BJP ਨੇ ਕਰ ਦਿੱਤਾ। BJP ਕਹਿੰਦੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਧਰਮਾਂ ਦੀ ਰਾਜਨੀਤੀ ਕਰਦੀ ਆ, ਲੋ ਫੜੋ ਆਹ ਤਾਂ ਕਰ ਰਹੀ ਹੈ ਰਾਜਨੀਤੀ। ਪਰ ਆਮ ਆਦਮੀ ਪਾਰਟੀ ਦਾ ਨਾਲ ਦੀ ਨਾਲ ਟਵੀਟ ਜਿਹੜਾ ਸੀਗਾ ਉਹ ਇਹ ਆ ਗਿਆ ਕਿ ਅਸੀਂ ਸਪੋਰਟ ਨਹੀਂ ਲੈਣੀ, ਸਾਨੂੰ ਤਾਂ ਸਾਰਿਆਂ ਦੀ ਸਪੋਰਟ ਹਾਸਲ ਹੈ। ਜੇ ਉਹ ਸਪੋਰਟ ਐਕਸੈਪਟ ਕਰਦੇ, ਇਹਦਾ ਜਿਹੜਾ ਅਸਰ ਸੀਗਾ ਉਹ ਸਭ ਨੂੰ ਪਤਾ ਕਿ ਕਿਹੜੇ ਤਰੀਕੇ ਦੇ ਨਾਲ ਪੈਣਾ ਸੀਗਾ। ਭਾਰਤੀ ਜਨਤਾ ਪਾਰਟੀ ਹਿੰਦੂ ਪੱਤਾ ਖੇਡਣਾ ਚਾਹੁੰਦੀ ਸੀ ਇੱਥੇ, ਪਰ ਉਹਦਾ ਇਹ ਚਾਲ ਤਕਰੀਬਨ ਜਿਹੜੀ ਹੈ ਜੀ ਉਹ ਫਲੋਪ ਹੋਈ ਹੈ ਹਾਲ ਦੀ ਘੜੀ। ਉਹਨੇ ਫਿਰ ਇਹ ਕਹਿਣਾ ਸੀਗਾ, ਲਓ ਦੇਖੋ ਇਹ ਤਾਂ ਇਸ ਫਿਰਕੇ ਤੋਂ ਜਿਹੜੀ ਸਪੋਰਟ ਲੈ ਰਹੀ ਹੈ, ਹੁਣ ਬਚਣ ਦੀ ਜਿਹੜੀ ਜ਼ਰੂਰਤ ਹੈ। ਤੇ ਫਿਰ ਇਹ ਜਿਹੜੀ ਸੀਗੀ ਇਹ ਕੁਛ ਨਾ ਕੁਛ ਗੜਬੜ ਜਿਹੜੀ ਹੋ ਸਕਦੀ ਸੀ। ਪਰ ਇਹ ਕਿਹਾ ਜਾਵੇ ਕਿ ਆਮ ਆਦਮੀ ਪਾਰਟੀ ਦਾ ਬਿਲਕੁਲ ਸਹੀ ਇਹ ਡਿਸੀਜਨ ਸੀਗਾ ਕਿ ਜਿਹੜਾ ਉਹਨੇ ਇਹ ਕਿਹਾ ਸਾਨੂੰ ਸਾਰੇ ਧਰਮਾਂ ਦੀ ਸਪੋਰਟ ਜਿਹੜੀ ਹਾਸਲ ਹੈ, ਇੱਕ ਵਿਸ਼ੇਸ਼ ਫਿਰਕੇ ਦੀ ਸਪੋਰਟ ਅਸੀਂ ਨਹੀਂ ਲੈਣੀ। ਸ਼ਾਹੀ ਇਮਾਮ ਦੇ ਬਾਰੇ 'ਚ ਸਾਰਿਆਂ ਨੂੰ ਪਤਾ ਕਿ ਜਦੋਂ ਵੋਟਾਂ ਪੈਂਦੀਆਂ ਨੇ, ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਉਹ ਸ਼ਰਾਰਤ ਕਰਦਾ ਹੁੰਦਾ ਆਲਵੇਜ਼। ਜਦੋਂ ਲੋਕ ਸਭਾ ਦੀਆਂ ਵੋਟਾਂ ਪਈਆਂ ਸੀਗੀਆਂ, ਉਦੋਂ ਵੀ ਉਹਨੇ ਜਿਹੜੀ ਸੀ BJP ਨੂੰ ਸਪੋਰਟ ਜਿਹੜੀ ਕਰਤੀ ਸੀ ਕਿ ਹੁਣ ਵਕਤ ਬਦਲ ਗਿਆ, ਇਸ ਕਰਕੇ BJP ਨੂੰ ਚਾਂਸ ਦੇਣਾ ਚਾਹੀਦਾ। ਹੁਣ ਫੇਰ ਕਹਿੰਦਾ ਜੀ ਵਕਤ ਬਦਲ ਗਿਆ, ਆਮ ਆਦਮੀ ਪਾਰਟੀ ਦੀ ਅਸੀਂ ਸਪੋਰਟ ਨਾ ਕੀਤੀ ਤਾਂ ਜਿਹੜਾ ਜੀ ਆਉਣ ਵਾਲਾ ਇਤਿਹਾਸ ਜਿਹੜਾ ਸਾਨੂੰ ਮਾਫ ਨਹੀਂ ਕਰੂਗਾ। ਮੇਰਾ ਖਿਆਲ ਉਹਦਾ ਜਿਹੜਾ ਇਹ ਪੱਤਾ ਸੀਗਾ ਸ਼ਾਇਦ ਉਹ ਚੱਲ ਨਹੀਂ ਸਕਿਆ। ਜੀ ਬਿਲਕੁਲ। ਤੇ ਸ਼ਾਇਦ ਭਾਜਪਾ ਵੀ ਭੁੱਲ ਗਈ ਵੀ ਅਜੇ ਜਿਹੜੇ ਸਿਰਸੇ ਵਾਲੇ ਤੋਂ ਉਹਨਾਂ ਨੇ ਜਿਹੜਾ ਜੀ ਸਪੋਰਟ ਲਈ ਆ, ਸੋ ਉਹ ਵੀ ਇੱਕ ਹਿਸਾਬ ਦੇ ਨਾਲ ਅੱਡ ਤੋਂ ਇੱਕ ਫਿਰਕੂ ਜਿਹੜੇ ਆ ਜੀ ਉਹ ਤਰੀਕੇ ਦੇ ਨਾਲ ਵੰਡਣ ਦੀ ਕੋਸ਼ਿਸ਼ ਕਰ ਰਹੇ ਆ। ਉਹ ਨਾਲ ਬਿਲਕੁਲ ਜਿਹੜੀ
ਜੀ ਬਿਲਕੁਲ, ਭਾਜਪਾ ਤਾਂ ਭੁੱਲਣ ਤੋਂ ਭੁੱਲ ਗਈ ਜੀ। ਸਾਰੇ ਹੈਰਾਨਗੀ ਵਾਲੀ ਜਿਹੜੀ ਗੱਲ ਇਹ ਆ ਕਿ ਬਾਦਲ ਸਾਹਿਬ ਨੂੰ ਇੱਥੇ ਪੁੱਛਿਆ ਕਿ ਸਰਸੇ ਵਾਲੇ ਦੀ ਸਪੋਰਟ ਕੀਤੀ ਹੈ ਜੀ, ਉੱਥੇ ਕਹਿੰਦੇ ਅੱਛਾ ਮੈਨੂੰ ਨਹੀਂ ਪਤਾ ਇਹਦੇ ਬਾਰੇ। ਸੋ ਉਹਨਾਂ ਨੂੰ ਇਹ ਵੀ ਪੁੱਛ ਲੈਣਾ ਚਾਹੀਦਾ ਹੈ ਵੀ ਕੀ ਵਾਕਿਆ ਇਲੈਕਸ਼ਨ ਹੋ ਰਹੀ ਹੈ, ਕਿਤੇ ਉਹਦਾ ਵੀ ਯਾਦ ਨਾ ਭੁੱਲ ਗਿਆ ਹੋਵੇ। ਤੇ ਲਓ ਆਪਾਂ ਅਗਲੀ ਜਿਹੜੀ ਇਹ ਗੱਲ ਜਿਹੜੀ ਹੈ ਜੀ ਕਰਦੇ ਹਾਂ ਵੀ ਦਿੱਲੀ ਦੇ ਵਿੱਚ ਨਾਲ ਹੀ ਜਿਹੜੇ ਭਾਜਪਾ ਦੇ ਜਿਹੜੇ ਆਗੂ ਉਹਨਾਂ ਨੇ ਕਈ ਅਕਾਲੀਆਂ ਤੋਂ ਜਿਹੜੀ ਹੈ ਜੀ ਉਹਨਾਂ ਨੂੰ ਦੂਰ ਰੱਖਿਆ, ਉਹ ਤੋਂ ਦੂਰੀ ਬਣਾ ਕੇ ਰੱਖੀ। ਦੇਖੋ ਜਿਹੜੀ ਇੱਥੇ ਦਿੱਲੀ ਦੀਆਂ ਚੋਣਾਂ ਹੋਈਆਂ ਨੇ ਉਹਨੇ ਕਈ ਕੁਛ ਜਿਹੜਾ ਆਪਾਂ ਇਹ ਕਹੀਏ ਕਿ ਅਜੇ ਜਿਹਦੇ ਉੱਤੇ ਬਹਿਸ ਲੰਬੀ ਚੱਲਦੀ ਰਹੂਗੀ, ਕਿਉਂਕਿ ਨਤੀਜਿਆਂ ਦੇ ਉੱਤੇ ਬਹੁਤ ਕੁਝ ਨਿਰਭਰ ਕਰੂਗਾ ਕਿ ਇਹ ਜਿਹੜੀ ਬਹਿਸ ਹੈ ਕਿੰਨੀ ਕੁ ਲੰਮੀ ਜਿਹੜੀ ਹੈ ਜੀ ਉਹ ਚੱਲਦੀ ਆ। ਕੁਝ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਨੇ ਕਿ ਜਿਹੜੇ ਅਕਾਲੀ ਆਗੂ ਨੇ ਜੀ ਉਹ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਵੀ ਇੱਕ ਦਿਨ ਜਾਏ, ਸੁਖਬੀਰ ਸਿੰਘ ਬਾਦਲ ਤਾਂ ਕੁਝ ਦਿਨ ਲਾਏ, ਇਹ ਉਡੀਕਦੇ ਰਹੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਸਾਨੂੰ ਸੱਦੂਗੀ ਕਿਤੇ ਪ੍ਰਚਾਰ ਦੇ ਵਾਸਤੇ। ਬਿਲਕੁਲ ਸੱਦਿਆ ਨਹੀਂ ਗਿਆ। ਜਿਹੜੀਆਂ 4 ਵੱਡੀਆਂ ਰੈਲੀਆਂ ਕੀਤੀਆਂ ਨਰਿੰਦਰ ਮੋਦੀ ਹੋਰਾਂ ਨੇ, ਪ੍ਰਧਾਨ ਮੰਤਰੀ ਨੇ, ਉਹਦੇ ਵਿੱਚ ਕਿਸੇ ਰੈਲੀ ਦੇ ਵਿੱਚ ਅਕਾਲੀ ਆਗੂ ਜਿਹੜੇ ਉਹ ਨਜ਼ਰ ਨਹੀਂ ਆਏ, ਨਾ ਉਹਨਾਂ ਨੂੰ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਸੱਦਿਆ ਗਿਆ। ਸਿੱਖ ਆਗੂਆਂ ਨੂੰ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੇ ਤਰਜੀਹ ਹੀ ਨਹੀਂ ਦਿੱਤੀ, ਉਹਨੇ ਸਾਈਡ ਤੇ ਰੱਖਿਆ। ਸ਼ਾਇਦ ਇੱਕ ਜਿਹੜਾ ਰੀਜ਼ਨ ਇਹਦਾ ਇਹ ਸੀਗਾ ਕਿ ਪੰਜਾਬ ਦੇ ਵਿੱਚ ਜਿਹੜਾ ਡਰੱਗ ਦਾ ਇਸ਼ੂ ਚੱਲ ਰਿਹਾ, ਕਿਤੇ ਉਹ ਜਿਹੜਾ ਦਿੱਲੀ ਦੀਆਂ ਚੋਣਾਂ ਦੇ ਵਿੱਚ ਨਾ ਉੱਠ ਪਏ, ਹਾਲਾਂਕਿ ਉਹ ਉੱਠਦਾ ਰਿਹਾ ਜੀ ਬਾਰ-ਬਾਰ ਜਿਹੜਾ ਸੀਗਾ ਉਹ ਉੱਠਦਾ ਰਿਹਾ, ਪਰ ਉਹ ਇਸੇ ਕਰਕੇ ਇਹਨਾਂ ਨੂੰ ਜਿਹੜਾ ਜੀ ਉਹ ਪਾਸੇ ਰਿਹਾ। ਔਰ ਇਹ ਜਿਹੜੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਵਾਲੇ ਨੇ ਜੀ ਉਹਨਾਂ ਦੇ ਅੰਦਰ ਇਹ ਗੱਲ ਜ਼ਰੂਰ ਚੱਲੀ ਜਾ ਰਹੀ ਹੈ ਕਿ ਜੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਫਲ ਹੁੰਦੀ ਆ ਤਾਂ ਉਹਦਾ ਅਗਲਾ ਨਿਸ਼ਾਨਾ ਜਿਹੜਾ ਜੀ ਉਹ ਪੰਜਾਬ ਹੋਊਗਾ। ਪੰਜਾਬ ਦੇ ਵਿੱਚ ਫਿਰ ਉਹ ਇਸੇ ਤਰੀਕੇ ਦੇ ਨਾਲ ਆ ਸਕਦੀ ਹੈ। ਹਾਲਾਂਕਿ ਇਹ ਕਹਿਣ ਸਮੇਂ ਤੋਂ ਬਹੁਤ ਪਹਿਲਾਂ ਵਾਲੀ ਜਿਹੜੀ ਗੱਲ ਹੋਊਗੀ ਕਿ ਪੰਜਾਬ ਦੇ ਵਿੱਚ ਉਹ ਕੀ ਕਰਦੀ ਆ। ਹਾਂ, ਜੇ ਕੁਝ ਕਰ ਸਕਦੀ ਆ ਉਹ ਤਾਂ ਸਭ ਤੋਂ ਪਹਿਲਾਂ ਉਹਨੂੰ ਕੰਮ ਇਹ ਕਰਨਾ ਪਊਗਾ ਜਿਵੇਂ ਉਹਨੇ ਆਪਣਾ ਢਾਂਚਾ ਜਿਹੜਾ ਜੀ ਬਣਾਇਆ ਦਿੱਲੀ ਦੇ ਵਿੱਚ, ਔਰ ਐਸਾ ਜਿਹੜਾ ਜੀ ਉਹ ਢਾਂਚਾ ਬਣਾਇਆ ਕਿ ਵੱਡੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਵਕਤ ਪਾਤਾ, ਉਹੋ ਜਿਹਾ ਢਾਂਚਾ ਉਹਨੂੰ ਪੰਜਾਬ ਦੇ ਵਿੱਚ ਪਹਿਲਾਂ ਬਣਾਉਣਾ ਪਊਗਾ, ਫੇਰ ਜਿਹੜੀ ਹੈ ਜੀ ਕੋਈ ਗੱਲ ਇੱਥੇ ਬਣ ਸਕਦੀ ਹੈ। ਪਰ ਇਹਨਾਂ ਜ਼ਰੂਰ ਹੈ ਕਿ ਇਹਨਾਂ ਚੋਣਾਂ ਤੋਂ ਬਾਅਦ ਜਿਹੜੀ ਅਗਲਾ ਹੁਣ ਚਰਚਾ ਜਿਹੜਾ ਛਿੜੂਗਾ ਉਹ ਅਕਾਲੀ ਬੀਜੇਪੀ ਸਬੰਧਾਂ ਦੇ ਉੱਤੇ ਛਿੜੂਗਾ ਜੀ। ਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰੀਏ ਸਿੱਧਾ ਪੰਜਾਬ ਵੱਲ ਜੇ ਰੁਖ ਕਰੀਏ ਵੀ ਪੰਜਾਬ ਦੇ ਵਿੱਚ ਜਿਹੜੀਆਂ ਮਿਊਨਿਸਪਲ ਇਲੈਕਸ਼ਨ ਆ ਉਹਨਾਂ ਦਾ ਅਮਲ ਸ਼ੁਰੂ ਹੋ ਗਿਆ ਚੁੱਪ-ਚੁਪੀਤੇ ਹੀ। ਬਿਲਕੁਲ ਜੀ, ਇਹਦੇ ਵਾਸਤੇ ਜਿਹੜਾ ਜੀ ਸ਼ੁਰੂ ਕਰ ਦਿੱਤਾ ਗਿਆ। ਤੁਸੀਂ ਦੇਖੋ ਇਹ ਤਾਂ ਕੱਚ ਚੋਂ ਕੱਢ ਕੇ ਮਾਰੇ ਜੀ। ਜਿਵੇਂ ਪਹਿਲਾਂ ਹੋਊਗਾ ਜੀ, ਅੱਜ ਹੋਊਗਾ, ਕੱਲ ਹੋਊਗਾ। ਦੂਜੀਆਂ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਠਿੱਬੀ ਲਾਉਣ ਦੇ ਖਾਤਰ ਤੁਸੀਂ ਇਹ ਕਹਿ ਲਓ 6 ਨਿਗਮਾਂ ਦੀ ਵੋਟਾਂ 22 ਤੇ 123 ਕੌਂਸਲਰਾਂ ਦੀ 25 ਨੂੰ ਹੋਣਗੇ। ਨਤੀਜੇ ਜਿਹੜੇ ਨੇ ਇਹਦੇ 26 ਤਰੀਕ ਨੂੰ ਹੋਣਗੇ। ਪਟਿਆਲੇ ਦੇ 2 ਤੇ ਜਲੰਧਰ ਦੇ 1 ਵਾਰਡ ਦੇ ਵਿੱਚ ਉਪ ਚੋਣ ਜਿਹੜੀ ਹੈ ਜੀ 22 ਫਰਵਰੀ ਨੂੰ ਹੋਊਗੀ। ਮੁਹਾਲੀ, ਬਠਿੰਡਾ, ਪਠਾਨਕੋਟ, ਮੋਗਾ, ਫਗਵਾੜਾ, ਹੁਸ਼ਿਆਰਪੁਰ ਦੇ ਵਿੱਚ ਨਿਗਮ ਚੋਣਾਂ ਜਿਹੜੀਆਂ ਨੇ ਉਹ 22 ਨੂੰ ਹੋਣਗੀਆਂ। ਨਿਗਮ ਚੋਣਾਂ ਦੇ ਵਿੱਚ ਕੋਈ 7,91,000 ਵੋਟਰ ਜਿਹੜੇ ਉਹ ਵੋਟ ਕਰਨਗੇ ਔਰ 123 ਮਿਊਨਿਸਪਲ ਕਮੇਟੀ ਦੀਆਂ ਚੋਣਾਂ ਦੇ ਵਿੱਚ ਨਾਮਜ਼ਦਗੀ ਕਾਗਜ਼ ਜਿਹੜੇ ਨੇ 9 ਤੋਂ ਦਾਖਲ ਕੀਤੇ ਜਾਣਗੇ, ਭਾਵ ਕਿ ਪਰਸੋਂ ਤੋਂ। ਇੱਥੇ ਕੋਸ਼ਿਸ਼ ਇਹ ਕੀਤੀ ਗਈ ਆ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਇਹਦੇ ਵਿੱਚ ਮੌਕਾ ਹੀ ਨਾ ਮਿਲੇ। ਇਹ ਸ਼ਰਾਰਤ ਹੈ ਜਿਹੜੀ ਇੱਕ ਕਿਸਮ ਦੇ ਨਾਲ ਕੀਤੀ ਗਈ ਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿੰਦੇ ਕਿ ਸਮਝੌਤਾ ਹੋ ਗਿਆ ਸਾਡਾ ਬੀਜੇਪੀ ਦੇ ਨਾਲ ਤੇ ਜਿਹੜਾ ਜੀ ਇਹਦੇ 'ਚ ਅਸੀਂ ਪਹਿਲੇ ਤਰੀਕੇ ਦੇ ਨਾਲ ਹੀ ਚੋਣਾਂ ਜਿਹੜੀਆਂ ਲੜਾਂਗੇ, ਪਰ ਬੀਜੇਪੀ ਨੂੰ ਅਜੇ ਵੇਲ ਨਹੀਂ ਹੈ ਇਹਦੇ ਉੱਤੇ ਬਿਆਨ ਦੇਣ ਦੇ ਵਾਸਤੇ। ਉਹ ਬਿਆਨ ਜਿਹੜਾ ਜੀ ਉਹ ਦਊਗੀ ਮੇਰਾ ਖਿਆਲ ਦਿੱਲੀ ਵਾਲੀਆਂ ਜਿਹੜੀਆਂ ਚੋਣਾਂ ਨੇ ਉਹ ਮੁੱਕਣ ਤੋਂ ਬਾਅਦ। ਉਦੋਂ ਤੱਕ ਜਿਹੜਾ ਜੀ ਅਜੇ ਬੀਜੇਪੀ ਦੇਖਦੇ ਆ ਕਿ ਕੀ ਕਰਦੀ ਆ। ਇਹ ਇੱਕ ਪਾਸੇ ਜਿਹੜੀ ਅਜੇ ਬਿਆਨ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਆਇਆ, ਬਾਕੀ ਇਹਦੇ ਵੇਖਣਾ ਪਊਗਾ। ਹਾਂ, ਇੰਨਾ ਜ਼ਰੂਰ ਹੈ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਰਿਟ ਵਗੈਰਾ ਕੋਈ ਜਿਹੜੀ ਅਦਾਲਤ ਦੇ ਵਿੱਚ ਨਾ ਪੈ ਜੇ ਇਸ ਮਸਲੇ ਦੇ ਉੱਤੇ ਕਿ ਇੱਕਦਮ ਜਿਹੜਾ ਜੀ ਕਿਵੇਂ ਇਹ ਬਿਨਾਂ ਟਾਈਮ ਦਿੱਤੇ ਤੋਂ ਇਹ ਕੀਤਾ ਗਿਆ ਸਾਰਾ ਕੁਝ ਜੀ। ਤੇ ਨਾਲ ਜਿਹੜੇ ਜੀ ਇਹ ਵੀ ਜਿਹੜੇ ਕਹਿ ਰਹੇ ਵੀ ਹੁਣ ਕਿਉਂਕਿ ਲਗਾਤਾਰ ਜਿਹੜੇ ਆ ਮੁੱਖ ਮੰਤਰੀ ਬਾਦਲ ਆ ਉਹ ਜਾ ਰਹੇ ਨੇ, ਖਾਸ ਕਰਕੇ ਧੂਰੀ ਦੇ ਉੱਤੇ ਉਹਨਾਂ ਦੀ ਜ਼ਿਆਦਾ ਅੱਖ ਆ, ਉਹਦੇ ਅੱਡ ਪਿੰਡਾਂ 'ਚ ਗਏ ਆ ਤੇ ਇਹ ਵੀ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਵੀ ਸੰਗਤ ਦਰਸ਼ਨ ਦੇ ਦੌਰਾਨ ਸਿਰਫ ਪਸੰਦੀਦਾ ਜਿਹੜੇ ਵਿਅਕਤੀ ਆ ਉਹਨਾਂ ਨੂੰ ਹੀ ਮਿਲੇ, ਕਈ ਫਰਿਆਦੀ ਆ ਉਹ ਜਿਹੜੀਆਂ ਆਪਣੀਆਂ ਫਰਿਆਦਾਂ ਹੱਥ 'ਚ ਫੜੇ ਹੀ ਰਹਿ ਗਏ। ਇਹ ਧੂਰੀ ਵਾਲਾ ਤਾਂ ਜਿਹੜਾ ਇਹ ਸੰਗਤ ਦਰਸ਼ਨ ਸੀਗਾ ਜੀ ਇਹ ਫਲॉप ਸ਼ੋ ਸੀਗਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ। ਉੱਥੋਂ ਦੇ ਜਿਹੜੇ ਲੋਕ ਨੇ ਉਹ ਪੁੱਛਦੇ ਨੇ 8 ਸਾਲ ਕਿੱਥੇ ਰਹੇ। ਧੂਰੀ ਪਛੜਿਆ ਹੋਇਆ ਏਰੀਆ ਹੈ ਜੀ, ਉੱਥੇ ਜਾ ਕੇ ਉਹਦਾ ਜਿਹੜਾ ਬੇਨਰਾ ਪਿੰਡ ਆ ਜਿਹੜਾ ਭਗਵੰਤ ਮਾਨ ਹੋਰਾਂ ਨੇ ਗੋਦ ਲਿਆ ਹੈ ਉਹਦੇ ਉੱਤੇ ਵੀ ਕਿੰਤੂ ਪਰੰਤੂ ਕਰਿਆ ਜਾ ਕੇ ਜੀ।
ਸੋ ਇਸ ਕਰਕੇ ਜਿਹੜਾ ਧੂਰੀ ਇਹਦੇ ਉੱਤੇ ਕੀ ਹੁੰਦਾ ਕੀ ਬਣਦਾ ਇਹ ਸਾਰਾ ਕੁਝ ਦਿੱਲੀ ਦੇ ਉੱਤੇ ਜਿਹੜਾ ਜੀ ਬਹੁਤ ਕੁਝ ਡਿਪੈਂਡ ਕਰੂਗਾ ਕਿ ਦਿੱਲੀ ਦੇ ਵਿੱਚ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਦੀ ਕੀ ਕਾਰਗੁਜ਼ਾਰੀ ਰਹਿੰਦੀ ਆ, ਇੱਥੇ ਆਮ ਆਦਮੀ ਪਾਰਟੀ ਦੀ ਕੀ ਕਾਰਗੁਜ਼ਾਰੀ ਜਿਹੜੀ ਆ ਜੀ ਉਹ ਰਹਿੰਦੀ ਆ। ਅਕਾਲੀ ਦਲ ਦਾ ਤਾਂ ਨਹੀਂ ਕਿਹਾ ਜਾ ਸਕਦਾ ਕਿ ਅਕਾਲੀ ਦਲ ਦੀ ਕਾਰਗੁਜ਼ਾਰੀ ਉੱਥੇ ਕੀ ਰਹਿੰਦੀ ਆ। ਉੱਥੇ ਤਾਂ ਉਹਨਾਂ ਦੇ ਇੱਕੋ ਹੀ ਉਮੀਦਵਾਰ ਨੇ ਜੀ, ਮਨਜਿੰਦਰ ਸਿੰਘ ਸਰਸਾ। ਉਹਦੇ ਉੱਤੇ ਹੀ ਪੈਂਦਾ, ਜੇ ਉਹ ਜਿੱਤ ਵੀ ਜਾਂਦੇ ਨੇ ਤੇ ਕਿਹੜੀ ਏਡੀ ਜਿਹੜੀ ਗੱਲ ਹੋਊਗੀ। ਬਾਕੀ ਸੀਟਾਂ ਦੇ ਉੱਤੇ ਵੀ ਜ਼ੋਰ ਜਿਹੜਾ ਜੀ ਬਹੁਤਾ ਭਾਰਤੀ ਜਨਤਾ ਪਾਰਟੀ ਨੇ ਲਾਇਆ ਨਹੀਂ ਹੈ, ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਹੁਤ ਪੈਸੇ ਵਾਲੇ ਨੇ ਮਨਜਿੰਦਰ ਸਿੰਘ ਸਰਸਾ, ਉਹ ਪੈਸੇ ਦੇ ਜ਼ੋਰ ਦੇ ਉੱਤੇ ਜਿੱਤਣਗੇ, ਜਿੱਥੇ ਕਿ ਉਹ ਕੁੱਕਰ ਤੇ ਕੰਬਲ ਤੇ ਕਿੰਨਾ ਕੁਝ ਜਿਹੜਾ ਜੀ ਉਹ ਵੰਡੀ ਰਹੇ ਨੇ। ਉੱਥੇ ਗੁਰਦੁਆਰੇ ਦੇ ਧਾਨ ਜਿਹੜਾ ਜੀ ਉੱਥੋਂ ਪੈਸਾ ਇਕੱਠਾ ਕਰ ਕਰਕੇ ਗੁਰਦੁਆਰੇ ਦੀਆਂ ਗੱਡੀਆਂ ਨੇ ਉਹ ਇਸ ਚੀਜ਼ ਦੇ ਉੱਤੇ ਜਿੱਤਣਗੇ, ਪਰ ਐਡੀ ਜਿੱਤ ਉਹਨਾਂ ਦੀ ਵੀ ਸੌਖੀ ਨਹੀਂ ਹੈ। ਇਹ ਸਾਰਾ ਕੁਝ ਜਿਹੜਾ ਨਾ ਜੀ ਪੰਜਾਬ ਦੀ ਸਿਆਸਤ ਦੇ ਉੱਤੇ ਬਹੁਤ ਵੱਡਾ ਅਸਰ ਜਿਹੜਾ ਦਿੱਲੀ ਦੀ ਇਲੈਕਸ਼ਨ ਦਾ ਪੈਣ ਵਾਲਾ ਜੀ। ਜੀ ਤੇ ਇਹ ਵੀ ਲੱਗ ਰਿਹਾ ਵੀ ਇਕੱਲੀ ਪੰਜਾਬ ਦੀ ਸਿਆਸਤ ਨਹੀਂ ਬਲਕਿ ਪੂਰੇ ਭਾਰਤ ਦੇ ਵਿੱਚ ਇਸ ਇਲੈਕਸ਼ਨ ਦਾ ਕਾਫੀ ਵੱਡਾ ਜਿਹੜਾ ਅਸਰ ਆ ਜਿਹੜਾ ਸਮੇਂ-ਸਮੇਂ ਤੇ ਦਿਖੇਗਾ। ਤੇ ਹੁਣ ਜੇ ਆਪਾਂ ਅਗਲੀ ਗੱਲ ਕਰੀਏ ਵੀ ਇਹ ਗੱਲ ਕਹੀ ਜਾ ਰਹੀ ਆ ਵੀ ਹੁਣ ਅਕਸਰ ਆਪਾਂ ਦੇਖ ਰਹੇ ਹਾਂ ਵੀ ਇਲੈਕਸ਼ਨਾਂ ਨੇੜੇ ਆ ਰਹੀਆਂ ਆ, ਭਾਜਪਾ ਦੇ ਨਾਲ ਸੰਬੰਧ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆ ਕੁਛ ਬਹੁਤੇ ਵਧੀਆ ਨਹੀਂ ਆ, ਤੇ ਹੁਣ ਉਹਨਾਂ ਨੂੰ ਪੰਜਾਬ ਦੇ ਮਸਲੇ ਲਗਾਤਾਰ ਦਿਨ ਪਰ ਦਿਨ ਵੱਧ ਤੋਂ ਵੱਧ ਜਿਹੜੇ ਯਾਦ ਆ ਰਹੇ ਆ। ਸੋ ਉਹਨਾਂ ਨੇ ਲਿੰਕ ਨਹਿਰ ਨੂੰ ਲੈ ਕੇ, ਪਾਣੀ ਦੇ ਵੰਡ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਅਰਜੀ ਦਾਖਲ ਕੀਤੀ ਆ। ਸਿਆਸਤ ਆ ਜੀ ਸਾਰੀ ਇਹ। ਜਿਹੜੇ ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਉੱਤੇ ਭਾਰਤੀ ਸੰਵਿਧਾਨ ਦੀ ਧਾਰਾ 131 ਦੇ ਤਹਿਤ ਇਹ ਕੇਸ ਜਿਹੜਾ ਦਾਇਰ ਕੀਤਾ ਗਿਆ। ਭਾਰਤ ਸਰਕਾਰ ਨੂੰ ਅੰਤਰਰਾਜੀ ਨਦੀ ਜਲ ਝਗੜਾ ਨਿਪਟਾਰਾ ਕਾਨੂੰਨ 1956 ਸੈਕਸ਼ਨ 4 ਦੇ ਤਹਿਤ ਯੋਗ ਟ੍ਰਿਬਿਊਨਲ ਦੇ ਗਠਨ ਕਰਨ ਤੇ ਪੰਜਾਬ ਦੇ ਵੱਲੋਂ ਬਹੁਤ ਪਹਿਲਾਂ ਇਸ ਕਾਨੂੰਨ ਦੀ ਧਾਰਾ 3 ਦਾਇਰ ਕੀਤੀ ਗਈ ਤੇ ਫੈਸਲੇ ਦੇ ਵਾਸਤੇ ਜਿਹੜਾ ਜੀ ਜ਼ਰੂਰੀ ਨਿਰਦੇਸ਼ ਦੇਣ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਹੈ ਜੀ। ਅਸਲ ਦੇ ਵਿੱਚ ਇਹਦੇ ਵਿੱਚ ਅਪੀਲ ਦੇ ਵਿੱਚ ਇਹ ਵੀ ਕਿਹਾ ਗਿਆ ਜੀ ਕਿ ਹਰਿਆਣਾ ਤੇ ਰਾਜਸਥਾਨ ਰਿਪੇਰੀਅਨ ਰਾਜ ਹੈਗੇ ਕਿ ਨਹੀਂ, ਇਹਦੀ ਵੀ ਜਿਹੜਾ ਜੀ ਫੈਸਲਾ ਉਹ ਕਰੇ। ਅਸਲ ਦੇ ਵਿੱਚ ਕਹਾਣੀ ਇਹ ਹੈ ਜੀ ਕਿ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ ਜੀ, ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਸਤਲੁਜ ਯਮੁਨਾ ਲਿੰਕ ਨਹਿਰ ਦੇ ਬਾਰੇ ਦੇ ਵਿੱਚ ਬਿਆਨ ਜਿਹੜੇ ਉਹ ਦਿੱਤੇ ਗਏ ਨੇ। ਇਹ ਉੱਤੋਂ ਦੀ ਵਲਣ ਦੀ ਕੋਸ਼ਿਸ਼ ਕੀਤੀ ਗਈ ਆ ਪੰਜਾਬ ਸਰਕਾਰ ਦੇ ਵੱਲੋਂ ਕਿ ਕੱਲ ਨੂੰ ਇਹ ਮਸਲਾ ਨਾ ਉਭਰੇ। ਸੁਪਰੀਮ ਕੋਰਟ ਦੇ ਵਿੱਚ ਪਤਾ ਹੈ ਕਿ ਇਹ ਮਾਮਲਾ ਜਿਹੜਾ ਜੀ ਲੰਬਾ ਚੱਲੂਗਾ, ਇਸ ਕਰਕੇ ਉਹਨਾਂ ਨੇ ਇਸ ਤੋਂ ਬਚਣ ਦੇ ਵਾਸਤੇ ਜਿਹੜਾ ਜੀ ਇਹ ਕੀਤਾ ਕਿ ਵਾਦ-ਵਿਵਾਦ ਹੋਵੇ ਹੀ ਨਾ, ਕਿਉਂਕਿ ਰਾਜਸਥਾਨ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਹਰਿਆਣੇ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ। ਬੀਜੇਪੀ ਜਿਹੜੀ ਆ ਜੀ ਉੱਥੇ ਹੁਣ ਇਸ ਮਸਲੇ ਨੂੰ ਉਭਾਰੂਗੀ ਤੇ ਉਦੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਜਿਹੜੇ ਬਾਦਲ ਹੋਰਾਂ ਦੀ ਜਿਹੜੀ ਹਦਾਇਤ ਦੇ ਉੱਤੇ ਪੰਜਾਬ ਸਰਕਾਰ ਨੇ ਇੱਕ ਕਿਸਮ ਦੇ ਨਾਲ ਗਲੋਂ ਗਲਾਵਾਂ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਸੀ ਵੀ ਜਥੇਦਾਰਾਂ ਦੀ ਨਿਯੁਕਤੀ ਦੇ ਬਾਰੇ 5 ਮੈਂਬਰੀ ਜਿਹੜੀ ਕਮੇਟੀ ਆ ਉਹ ਬਣਾਉਣੀ ਆ, ਪਰ ਜਿਹੜੀਆਂ ਬਹੁਤੇ ਤੌਰ ਦੇ ਉੱਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਆ ਉਹਨਾਂ ਦੇ ਵੱਲੋਂ ਇਸ ਚੀਜ਼ ਨੂੰ ਖਾਰਜ ਕਰ ਦਿੱਤਾ ਗਿਆ। ਬਿਲਕੁਲ ਜੀ, ਕਈ ਸਿੱਖ ਜਥੇਬੰਦੀਆਂ ਵਿਦਵਾਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਉਹਨਾਂ ਨੂੰ ਲਾਉਣ, ਕੰਮਕਾਜ ਦੇ ਦਾਇਰੇ ਦੇ ਵਾਸਤੇ ਜਿਹੜੀ 5 ਮੈਂਬਰੀ ਕਮੇਟੀ ਆ ਉਹਨੂੰ ਰੱਦ ਕਰਤਾ। ਜਥੇਦਾਰ ਦੀ ਅਥਾਰਟੀ ਨੂੰ ਚੁਣੌਤੀ ਦਿੱਤੀ ਗਈ ਹੈ ਜੀ। ਸਿੱਖ ਕੌਮ ਦਾ ਇਹ ਅਹਿਮ ਧਾਰਮਿਕ ਮੁੱਦਾ ਇਸ ਵੇਲੇ ਵਿਵਾਦਾਂ ਦੇ ਵਿੱਚ ਜਿਹੜਾ ਜੀ ਉਹ ਘਿਰ ਗਿਆ। ਵੱਖ-ਵੱਖ ਸੰਸਥਾਵਾਂ ਵਿਦਵਾਨਾਂ ਦੇ ਵੱਲੋਂ ਇਸ ਮੁੱਦੇ ਦੇ ਉੱਤੇ ਕੀਤੀ ਗਈ ਲੰਮੀ ਚਰਚਾ ਤੋਂ ਬਾਅਦ ਸਖਤ ਸਟੈਂਡ ਲਿਆ ਗਿਆ। ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਇਹ ਹੈ ਜੀ ਕਿ ਜਥੇਦਾਰ ਨਾਮ ਦਾ ਕੋਈ ਅਹੁਦਾ ਹੀ ਨਹੀਂ ਹੈਗਾ, ਕੋਈ ਜ਼ਿਕਰ ਨਹੀਂ ਹੈ ਇਹਦੇ ਵਿੱਚ। ਗੁਰਦੁਆਰਾ ਐਕਟ ਦੇ ਵਿੱਚ ਹੈੱਡ ਮਿਨਿਸਟਰ ਦਾ ਅਹੁਦਾ ਦਰਜਾ, ਜਿਹਦਾ ਸ਼ਬਦੀ ਅਰਥ ਜਿਹੜਾ ਜੀ ਮੁੱਖ ਗ੍ਰੰਥੀ ਹੈ। ਇਹਦੀ ਨਿਯੁਕਤੀ ਲਈ ਬਕਾਇਦਾ ਨੇਮ ਜਿਹੜੇ ਨੇ ਉਹ ਇਹਦੇ ਵਿੱਚ ਲਿਖੇ ਹੋਏ ਨੇ। ਐਕਟ ਦੇ ਵਿੱਚ ਸਪਸ਼ਟ ਇਹ ਦਰਜ ਹੈ ਕਿ ਮੁੱਖ ਗ੍ਰੰਥੀ ਦਾ ਕੰਮ ਸੰਬੰਧਿਤ ਗੁਰਦੁਆਰਾ ਸਾਹਿਬ ਦੇ ਧਾਰਮਿਕ ਸੰਸਕਾਰ ਕਰਵਾਉਣੇ, ਹਰ ਰੋਜ਼ ਦੇ ਧਾਰਮਿਕ ਪ੍ਰਬੰਧ ਦੇਖਣੇ ਨੇ। ਸਾਂਝੀ ਮੀਟਿੰਗ ਤੋਂ ਬਾਅਦ ਜਿਹੜੀ ਵਿਸ਼ਵ ਸਿੱਖ ਸੰਗਠਨ ਦੇ ਜਨਰਲ ਸੇਵਾ ਮੁਕਤ ਨੇ ਕਰਤਾਰ ਸਿੰਘ ਗਿੱਲ, ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੀ ਬੀਬਾ ਵਰਿੰਦਰ ਕੌਰ, ਖਾਲਸਾ ਪੰਚਾਇਤ ਦੇ ਕਨਵੀਨਰ ਗਜਿੰਦਰ ਸਿੰਘ ਖਾਲਸਾ, ਸ੍ਰੀ ਗੁਰੂ ਸਿੰਘ ਸਭਾ ਦੇ ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਜਿੰਨੇ ਇਹ ਸਾਰੇ ਇਕੱਠੇ ਹੋਏ ਜੀ, ਇਹਦੇ ਵਿੱਚ ਜਿਹੜਾ ਜੀ ਚੁਣੌਤੀ ਦਿੱਤੀ ਸੀਗੀ ਕਿ ਗੁਰਦੁਆਰਾ ਦੇ ਵਿੱਚ ਪ੍ਰਬੰਧ ਸਕੀਮ ਦੇ ਨਾਮ ਹੇਠ ਇਸ ਅਹੁਦੇ ਦਾ ਨਾਮ ਬਦਲ ਕੇ ਜਥੇਦਾਰ ਕਰਨਾ ਪੂਰੇ ਤਰੀਕੇ ਨਾਲ ਗੈਰ ਕਾਨੂੰਨੀ ਹੈ, ਗੈਰ ਸੰਵਿਧਾਨਿਕ ਹੈ। ਉਹਨਾਂ ਨੇ ਕਿਹਾ ਕਿ ਨਾ ਸਿਰਫ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸੋਧ ਕਰਕੇ ਬਦਲਿਆ ਜਾ ਸਕਦਾ ਤੇ ਇਹਦਾ ਅਧਿਕਾਰ ਭਾਰਤ ਦੀ ਸਰਕਾਰ ਕੋਲੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮੁੱਖ ਗ੍ਰੰਥੀ ਦਾ ਅਹੁਦਾ ਗੈਰ ਸਿਧਾਂਤਕ ਜਥੇਦਾਰ ਨਾਮ
ਕਰਨ ਕਰਕੇ ਸ਼ਬਦ ਦੀ ਦੁਰਵਰਤੋਂ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਸੋ ਇਹ ਨਵਾਂ ਵਿਵਾਦ ਜਿਹੜਾ ਜੀ ਇੱਕ ਛਿੜਪਿਆ ਤੇ ਜਦੋਂ ਜਥੇਦਾਰ ਦਾ ਅਹੁਦਾ ਹੀ ਨਹੀਂ ਹੈਗਾ ਤੇ ਫਿਰ ਜਥੇਦਾਰ ਹੁਕਮਨਾਮੇ ਕਿਵੇਂ ਜਾਰੀ ਕਰੀ ਜਾਂਦਾ ਤੇ ਉਹਦੀ ਨਿਯੁਕਤੀ ਕਿਵੇਂ ਹੋਈ ਜਾਂਦੀ ਆ, ਕਿਵੇਂ ਉਹਨੂੰ ਅਹੁਦੇ ਤੋਂ ਲਾਇਆ ਵੀ ਜਾਂਦਾ, ਕਿਵੇਂ ਉਹਨੂੰ ਅਹੁਦੇ ਦੇ ਉੱਤੇ ਲਿਆਇਆ ਵੀ ਜਾਂਦਾ। ਸੋ ਇਹ ਸਾਰਾ ਕੁਝ ਜਿਹੜਾ ਜੀ ਇਹ ਇੱਕ ਨਵਾਂ ਵਿਵਾਦ ਜਿਹੜਾ ਜੀ ਉੱਠ ਕੇ ਖੜਾ ਹੋ ਗਿਆ, ਜਿਹੜਾ ਨਿਰਸੰਦੇਹ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਸਤੇ ਜਿਹੜੀ ਹੈ ਜੀ ਉਹ ਚੁਣੌਤੀ ਹੋਊਗੀ। ਜਿਹੋ ਜਿਹਾ ਕਬਜ਼ਾ ਬਾਦਲ ਦਾ ਸ਼੍ਰੋਮਣੀ ਕਮੇਟੀ ਦੇ ਉੱਤੇ ਹੋਇਆ ਔਰ ਜਿੰਨੀਆਂ ਆਪ ਹੁਦਰੀਆਂ ਉਹ ਪਿਛਲੇ ਸਮੇਂ ਦੇ ਦੌਰਾਨ ਇਸ ਸੰਸਥਾ ਦੇ ਮੋਢੇ ਤੇ ਧਰ ਕੇ ਜਿਹੜਾ ਕਰ ਰਹੇ ਨੇ, ਇਹੋ ਜਿਹਾ ਵਿਵਾਦ ਉੱਠਣਾ ਪਤਾ ਹੀ ਸੀਗਾ ਜੀ ਉੱਠਣਾ। ਤੇ ਸ਼ਾਇਦ ਇਸ ਵਿਵਾਦ ਦੇ ਵਿੱਚੋਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਤਖਤ ਨੇ, ਜਿਹੜੇ ਉਹਨਾਂ ਦੇ ਜਥੇਦਾਰ ਨੇ, ਉਹਨਾਂ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਲੱਗੂਗਾ ਜੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪਾਕਿਸਤਾਨ ਦੇ ਜਿਹੜੇ ਕਈ ਜਿਹੜੇ ਆ ਬਾਰਡਰ ਦੇ ਲਾਗੇ ਜਿਹੜੇ ਆ ਫੋਨ ਟਾਵਰ ਆ, ਉਹ ਭਾਰਤ ਦੇ ਲਈ ਵੱਡੀ ਸਮੱਸਿਆ ਬਣੇ ਹੋਏ ਆ ਜੀ। ਪੰਜਾਬ ਦੇ ਨਾਲ ਲੱਗਦੀ ਕੋਈ 550 ਕਿਲੋਮੀਟਰ ਦੀ ਲੰਬੀ ਜਿਹੜੀ ਸਰਹੱਦ ਹੈ, ਭਾਰਤ ਪਾਕਿਸਤਾਨ ਸਰਹੱਦ ਤੋਂ BSF ਦੇ 85 ਪਾਕਿਸਤਾਨੀ ਮੋਬਾਇਲ ਫੋਨ ਤੇ ਸਿਮ ਕਾਰਡ ਜਿਹੜੇ ਉਹ ਫੜੇ ਨੇ ਜੀ। ਇਹਨਾਂ ਦੋਨੋਂ ਮੁਲਕਾਂ ਦੇ ਵਿਚਾਰੇ ਸਮਗਲਰ ਜਿਹੜਾ ਉਹ ਆਪਣਾ ਕਾਰੋਬਾਰ ਚਲਾਉਂਦੇ ਨੇ, ਉਹ ਸੁਰੱਖਿਆ ਏਜੰਸੀਆਂ ਦੇ ਵਾਸਤੇ ਇੱਕ ਚੁਣੌਤੀ ਜਿਹੜਾ ਜੀ ਉਹ ਬਣ ਰਹੇ ਨੇ, ਕਿਉਂਕਿ ਜੇ ਤਾਂ ਉਹ ਇਸ ਪਾਸੇ ਗੱਲ ਕਰਦੇ ਹੋਣ ਤੇ ਟਾਵਰਾਂ ਦੀ ਲੋਕੇਸ਼ਨ ਲੈ ਕੇ ਫੋਨ ਲੱਭ ਲਏ ਜਾਂਦੇ ਨੇ, ਕਿਹੜਾ ਕਿਹਦੇ ਨਾਲ ਗੱਲ ਕਰ ਰਿਹਾ। ਇਹਨਾਂ ਦੇ ਕੋਲੇ ਸਿਮ ਕਾਰਡ ਪਾਕਿਸਤਾਨੀ ਨੇ ਤੇ ਪਾਕਿਸਤਾਨੀ ਜਦੋਂ ਫੋਨ ਦੇ ਉੱਤੇ ਗੱਲ ਕਰਦੇ ਨੇ ਤੇ ਭਾਰਤੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਦੀ ਪਕੜ ਤੋਂ ਦੂਰ ਰਹਿੰਦੇ ਨੇ ਜੀ। ਇਹ ਇੱਕ ਇਸ ਵੇਲੇ ਸਰਹੱਦ ਜਿਹੜੀ ਹੈ ਜੀ ਉਹ ਟੇਢੀ ਮੇਢੀ ਹੈ। ਕਈ ਏਦਾਂ ਦੀਆਂ ਥਾਵਾਂ ਨੇ ਜਿੱਥੇ ਪਾਕਿਸਤਾਨੀ ਮੋਬਾਇਲ ਕੰਪਨੀਆਂ ਦੇ ਸਿਗਨਲ ਭਾਰਤੀ ਪਾਸੇ ਜਿਹੜਾ ਉਹ ਆ ਰਹੇ ਨੇ। ਪਾਕਿਸਤਾਨੀ ਮੋਬਾਇਲ ਕੰਪਨੀਆਂ ਵੀ ਫੋਨ, ਮੋਬਾਈਲ ਲਿੰਕ, ਟੈਲੀਨੋਰ ਦੇ ਸਿਗਨਲ ਜਿਹੜੇ ਨੇ ਇਸ ਪਾਸੇ 5 ਕਿਲੋਮੀਟਰ ਤੱਕ ਅੰਦਰ ਆ ਜਾਂਦੇ ਨੇ। ਦੋਵਾਂ ਮੁਲਕਾਂ ਦੇ ਸਮਗਲਰ ਜਿਹੜੇ ਨੇ ਜੀ ਇਹਨਾਂ ਸਿਗਨਲਾਂ ਦੀ ਰੱਜ ਕੇ ਵਰਤੋਂ ਕਰ ਰਹੇ ਨੇ ਜੀ। ਭਾਰਤੀ ਖੁਫੀਆ ਏਜੰਸੀਆਂ NCB, DRI, ਪੰਜਾਬ ਪੁਲਿਸ, ਰਾਹ ਕੋਲੇ ਸਿਗਨਲ ਫੜਨ ਦੀ ਤਕਨੀਕ ਹੈ, ਪਰ BSF ਕੋਲੇ ਇੱਦਾਂ ਦੇ ਤਕਨੀਕੀ ਸਾਧਨ ਜਿਹੜੇ ਘੱਟ ਨੇ ਜੀ, ਜਿਹਦੇ ਕਰਕੇ ਸਮਗਲਰ ਜਿਹੜਾ ਜੀ ਇਹ ਲਾਹਾ ਲੈ ਰਹੇ ਨੇ। BSF ਜਿਹੜੇ ਨੇ BSF ਦੇ ਬੁਲਾਰੇ ਉਹ ਕਹਿੰਦੇ ਨੇ ਕਿ ਇਸ ਮਾਮਲੇ ਦੇ ਵਿੱਚ ਉਹ ਬਹੁਤਾ ਕੁਝ ਅਜੇ ਨਹੀਂ ਕਹਿ ਸਕਦੇ ਕਿਉਂਕਿ ਇਹ ਮੁਸ਼ਕਲ ਤਾਂ ਉਹਨਾਂ ਦੇ ਵਾਸਤੇ ਖੜੀ ਹੈ। ਤੋ ਇਹ BSF ਨੇ ਜਿਹੜੀ ਇਹਦੀ ਸੈਂਟਰ ਦੇ ਸਰਕਾਰ ਕੋਲੋਂ ਕੁਝ ਆਧੁਨਿਕ ਤਕਨੀਕ ਜਿਹੜੀ ਇਹਦੀ ਮੰਗੀ ਹੈ ਤਾਂ ਕਿ ਜਾਂ ਤਾਂ ਇੱਥੇ ਜੈਮਰ ਲਾਏ ਜਾ ਸਕਣ ਜਾਂ ਫਿਰ ਇਹਨਾਂ ਦੇ ਸਿਗਨਲ ਜਿਹੜੇ ਨੇ ਉਹ ਫੜੇ ਜਾ ਸਕਣ। ਹੁਣ ਦੇਖਦੇ ਆ ਜੀ ਕਿ ਅਕਾਲੀ ਦਲ ਕਿਤੇ ਇਹਨਾਂ ਟਾਵਰਾਂ ਦੇ ਖਿਲਾਫ ਧਰਨੇ ਨਾ ਦੇਣ ਤੁਰ ਪਏ ਵੀ ਇਹਨਾਂ ਦੀ ਵਜ੍ਹਾ ਕਰਕੇ ਸਮਗਲਿੰਗ ਹੋ ਰਹੀ ਹੈ ਜੀ ਕਹਿ ਸਕਦੇ ਆ ਜੀ ਕੁਛ ਵੀ ਹੈ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜ਼ੀਰਕਪੁਰ ਦੇ ਵਿੱਚ ਕੁਝ ਨੌਜਵਾਨ ਰੇਸ ਲਾ ਰਹੇ ਸੀ ਗੱਡੀ ਦੇ ਵਿੱਚ, ਦੁਰਘਟਨਾ ਹੋਈ ਤੇ ਉਹਨਾਂ ਦੀ ਮੌਤ ਹੋ ਗਈ। ਐਕਚੁਅਲੀ ਜਿਹੜਾ ਮੁੱਢ ਪਾਉਣਾ ਨਾ ਜੀ ਉਹ ਤਾਂ ਹਰੇਕ ਜਗ੍ਹਾ ਦੇ ਉੱਤੇ ਇਹ ਹਾਦਸੇ ਇਹੋ ਜਿਹੇ ਜਿਹੜੇ ਵਾਪਰਦੇ ਨੇ। ਇਹ ਜ਼ੀਰਕਪੁਰ ਦੇ ਵਿੱਚ ਜਿਹੜਾ ਜੀ ਵਾਪਰਿਆ ਉਹ ਵੀ ਦੁਪਹਿਰ ਦੇ ਟਾਈਮ ਇੱਕ ਜਿਹੜਾ ਜੀ ਸਰਪੰਚ ਦਾ ਕਿਸੇ ਦਾ ਪੋਤਰਾ ਆਪਣੀ ਲਗਜ਼ਰੀ ਗੱਡੀ ਦੇ ਉੱਤੇ ਆਉਂਦਾ ਸੀਗਾ ਜੀ। ਰਸਤੇ ਦੇ ਵਿੱਚ ਉਹ ਰੇਸ ਉਹਨਾਂ ਦੀ ਲੱਗਣੀ ਸ਼ੁਰੂ ਹੋ ਗਈ ਤੇ ਐਸਾ ਇਹ ਬੇਕਾਬੂ ਹੋਈਆਂ ਜੀ। ਜਿਹੜਾ ਫਲਾਈਓਵਰ ਬਣਿਆ ਹੋਇਆ 200 ਫੁੱਟ ਉੱਤੋਂ ਜਿਹੜੀ ਸੀ ਪਜੈਰੋ ਗੱਡੀ ਜਿਹੜੀ ਥੱਲੇ ਆ ਕੇ ਡਿੱਗੀ ਤੇ ਮੁੰਡੇ ਦੀ ਥਾਂ ਤੇ ਹੀ ਮੌਤ ਹੋ ਗਈ। ਮੌਤ ਤੋਂ ਪਹਿਲਾਂ ਉਹਨੇ ਮੋਟਰਸਾਈਕਲ ਵਾਲਿਆਂ ਨੂੰ ਟੱਕਰ ਮਾਰੀ, ਉਹਦੇ ਵਿੱਚੋਂ ਇੱਕ ਜਿਹੜਾ ਸੀਗਾ ਉਹ ਮਾਰਿਆ ਗਿਆ। ਜਿਹਦੇ ਨਾਲ ਰੇਸ ਲੱਗ ਰਹੀ ਸੀ I-20 ਵਾਲਾ, ਉਹਨੇ ਵੀ ਇੱਕ ਮੋਟਰਸਾਈਕਲ ਦੇ ਵਿੱਚ ਟੱਕਰ ਮਾਰੀ, ਪਰ ਉਹ ਉੱਥੋਂ ਆਪਣੀ ਗੱਡੀ ਜਿਹੜੀ ਸੀ ਉਹ ਭਜਾ ਕੇ ਲੈ ਗਿਆ। ਉਹ ਅਜੇ ਤੱਕ ਜਿਹੜਾ ਜੀ ਉਹ ਕਾਬੂ ਨਹੀਂ ਆਇਆ। ਜਿਹੜੀ ਪੁਲਿਸ ਵਾਲੇ ਨੇ ਜੀ, ਟ੍ਰੈਫਿਕ ਵਾਲੇ, ਉਹ ਅਕਸਰ ਚੌਂਕਾਂ ਦੇ ਉੱਤੇ ਨਾਕੇ ਜਿਹੜੇ ਲਾ ਕੇ ਖੜੇ ਹੋ ਜਾਂਦੇ ਨੇ। ਦੂਜੀ ਗੱਲ ਆ ਮਾਪਿਆਂ ਦਾ ਇਹਦੇ ਵਿੱਚ ਬਹੁਤ ਵੱਡਾ ਕਸੂਰ ਹੈ, ਜਿਹੜੇ ਗਬਰੇਟਾਂ ਨੂੰ ਏਡੀਆਂ ਵੱਡੀਆਂ ਜਿਹੜੀਆਂ ਗੱਡੀਆਂ ਉਹ ਫੜਾ ਦਿੰਦੇ ਨੇ ਵੀ ਜਾ ਪੁੱਤ ਲੈ ਜਾ ਕਾਲਜ, ਟਿਊਸ਼ਨ ਪੜ੍ਹ ਕੇ ਜਿਹੜਾ ਇਹ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਜਿਹੜੀ ਜੀ ਉਹ ਰੇਸ ਲਾਉਣੀ ਸ਼ੁਰੂ ਕਰਤੀ। 2-3 ਜਿਹੜੀਆਂ ਮੌਤਾਂ ਨੇ ਉਹ ਇਸ ਜਗ੍ਹਾ ਦੇ ਉੱਤੇ ਹੋ ਗਈਆਂ ਔਰ ਸਦਾ ਦੇ ਵਾਸਤੇ ਇਸ ਰੇਸ ਦੇ ਵਿੱਚੋਂ ਉਹ ਲੋਕ ਬਾਹਰ ਹੋ ਗਏ। ਇੱਥੇ ਅਸਲ ਦੇ ਵਿੱਚ ਬੜੀ ਵੱਡੀ ਸਮੱਸਿਆ ਜਿਹੜੀ ਉਹਨਾਂ ਦੀ ਉਹ ਬਣ ਰਹੀ ਹੈ। ਮਹਿੰਗੀਆਂ ਗੱਡੀਆਂ, ਜ਼ਮੀਨਾਂ ਮਹਿੰਗੀਆਂ ਹੋ ਗਈਆਂ ਔਰ ਲੈ ਕੇ ਦੀ ਜਿਹੜੀਆਂ ਕਾਰਾਂ ਉਹ ਜਿਹੜੇ ਮੁੱਚ ਫੁੱਟ ਗਬਰੇਟ ਨੇ ਉਹਨਾਂ ਨੂੰ ਫੜਾਤੀਆਂ। ਨਾ ਕਿਸੇ ਨੂੰ ਟ੍ਰੈਫਿਕ ਦੇ ਰੂਲ ਦਾ ਪਤਾ, ਨਾ ਰੈਗੂਲੇਸ਼ਨ ਦਾ ਪਤਾ। ਪਿਛਲੇ ਦਿਨਾਂ ਦੇ ਵਿੱਚ ਮੈਂ ਕਿਸੇ ਦੇ ਨਾਲ ਜਾ ਰਿਹਾ ਸੀਗਾ ਜੀ, BA 'ਚ ਪੜ੍ਹਦਾ ਮੁੰਡਾ, ਤੇ ਉਹ ਕ੍ਰੋਸ ਕਰਨ ਲੱਗਾ। ਮੈਂ ਉਹਨੂੰ ਸਮਝਾਇਆ ਵੀ ਇਹ ਜਿਹੜੀ ਹਾਰਡ ਲਾਈਨ ਹੈ ਇਹਨੂੰ ਆਪਾਂ ਕ੍ਰੋਸ ਨਹੀਂ ਕਰਨਾ, ਇਸ ਕਰਕੇ ਲਾਈ ਹੁੰਦੀ ਹੈ ਕਿ ਮੋੜ ਵਗੈਰਾ ਦੇ ਉੱਤੇ ਆ ਵੀ ਆਪਾਂ ਇੱਥੋਂ ਕਿਸੇ ਨੂੰ ਟੇਕ ਓਵਰ ਨਹੀਂ ਕਰ ਸਕਦੇ ਅੱਗੋਂ। ਉਹਦਾ ਇਹ ਕਹਿਣਾ ਸੀਗਾ, ਉਹ ਕਹਿੰਦਾ ਜੀ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ, ਅਸੀਂ ਅੱਜ ਤੱਕ ਇਹ ਪੜ੍ਹਿਆ ਹੀ ਨਹੀਂ। ਇਹ ਹਾਰਡ ਲਾਈਨ ਕਾਹਦੇ ਲਈ ਹੈ ਤੇ ਡਾਟ ਲਾਈਨ ਕਾਹਦੇ ਲਈ ਹੈ। ਜੇ ਪੜ੍ਹੇ ਲਿਖੇ ਨੂੰ ਨਹੀਂ ਪਤਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਨਪੜ੍ਹ ਨੂੰ ਕੀ ਪਤਾ ਹੋ ਸਕਦਾ। ਟ੍ਰੈਫਿਕ ਰੂਲ ਜਿਹੜੇ ਨੇ ਜੀ ਉਹਦੀਆਂ ਧੱਜੀਆਂ ਇੱਥੇ ਉੱਡ ਰਹੀਆਂ ਨੇ। 13 ਬੰਦੇ ਜਿਹੜੇ ਨੇ ਜੀ ਉਹ ਰੋਜ਼ ਮੌਤ ਦੇ ਮੂੰਹ ਪੰਜਾਬ ਦੀਆਂ ਸੜਕਾਂ ਦੇ ਉੱਤੇ ਪੈ ਰਹੇ ਨੇ ਜੀ, ਔਨ ਦੀ ਸਪੌਟ। ਜੀ ਬਹੁਤ ਹੀ ਜ਼ਿਆਦਾ ਜਿਹੜੇ ਚਿੰਤਾਪੂਰਵਕ ਹਾਲਾਤ ਨੇ
ਤੇ ਲੋਕਾਂ ਨੂੰ ਆਪ ਵੀ ਅਕਲ ਚਾਹੀਦੀ ਆ ਤੇ ਕਿਤੇ ਨਾ ਕਿਤੇ ਕਾਨੂੰਨਾਂ ਦੇ ਉੱਤੇ ਜਿਹੜੀ ਆ ਪਾਲਣਾ ਕਰਨੀ ਆ ਉਹ ਵੀ ਬਹੁਤ ਇੰਪੋਰਟੈਂਟ ਗੱਲ ਆ। ਤੇ ਅਗਲੀ ਗੱਲ ਕਰਦੇ ਆ ਵੀ ਬਿਕਰਮ ਮਜੀਠੀਆ ਨੂੰ ਜਿਹੜੀ ਕਲੀਨ ਚਿੱਟ ਦਾ ਮਾਮਲਾ ਸੀਗਾ ਉਸ ਦੀ ਫੂਕ ਨਿਕਲ ਗਈ। ਫੂਕ ਆਪੇ ਨਿਕਲੀ ਜੀ। ਚਾਪਲੂਸੀ ਜਿਹੜੀ ਹੈ ਨਾ ਜੀ ਉਹ ਇੰਨੀ ਜ਼ਿਆਦਾ ਤੁਸੀਂ ਕਹ ਲਓ ਹੋ ਗਈ ਕਿ ਇੱਕ ਦੂਜੇ ਤੋਂ ਮੂਹਰੇ ਭੱਜ ਕੇ ਇਹਨਾਂ ਦੀ ਚਾਪਲੂਸੀਆਂ ਹੋਣ ਲੱਗੀਆਂ। ਹੋਇਆ ਵੀ ਕੀ, ਇਹਨਾਂ ਦੇ ਆਪਣੇ ਚੈਨਲ ਨੇ ਨਾ ਜੀ ਪਹਿਲਾਂ ਇੱਕ ਜਿਹੜੀ ਚਲਾ ਦਿੱਤੀ ਥੱਲੇ ਜਿਹੜੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਮਿਲ ਗਈ। ਇਹ ਐਕਚੁਅਲੀ ਦਿੱਲੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਵਾਸਤੇ ਜਿਹੜੀ ਇਹਨਾਂ ਦੀ ਉਹ ਮਿਲੀ। ਤੇ ਜਿਹੜੇ ਲੀਡਰ ਸੀਗੇ ਜੀ ਉਹਨਾਂ ਦਾ ਹਾਲ ਇਹ ਹੋ ਗਿਆ ਕਿ ਕੋਈ ਸਟੇਸ਼ਨ ਦੇ ਉੱਤੇ 4 ਜਣੇ ਇਹਨਾਂ ਦੀ ਗੱਡੀ ਚੜਾਉਣ ਕਿਸੇ ਨੂੰ ਗਏ, ਟ੍ਰੇਨ ਚੱਲ ਪਈ, ਟ੍ਰੇਨ ਭੱਜੀ ਜਾਂਦੀ ਸੀ, ਉਹਨਾਂ 4 ਨੇ ਬੜਾ ਜ਼ੋਰ ਲਾਇਆ, ਨਾਲ ਭੱਜੇ, 2 ਚੜ ਗਏ 2 ਰਹਿ ਗਏ ਜੀ। ਜਿਹੜੇ ਅੰਦਰ ਸਵਾਰੀਆਂ ਬੈਠੀਆਂ ਸੀ ਨਾ ਚੜਿਆਂ ਨੂੰ ਕਹਿੰਦੇ ਸ਼ਾਬਾਸ਼ ਵੀ ਬੜੀ ਹਿੰਮਤ ਮਾਰੀ। ਉਹ ਕਹਿੰਦੇ ਸਵਾਹ ਹਿੰਮਤ ਮਾਰੀ, ਅਸੀਂ ਤਾਂ ਚੜਾਉਣ ਆਏ ਸੀ, ਜਿਹਨਾਂ ਨੇ ਚੜਨਾ ਸੀ ਤਾਂ ਥੱਲੇ ਰਹਿ ਗਏ। ਇਹ ਜਿਹੜੇ ਇਹਨਾਂ ਦੀ ਇੰਨੀ ਤੇਜ਼ੀ ਇਹਨਾਂ ਨੇ ਕੀਤੀ। ਸਭ ਤੋਂ ਪਹਿਲਾਂ ਜਿਹੜੇ ਸੀਗੇ ਸਿਕੰਦਰ ਸਿੰਘ ਮਲੂਕਾ ਦਾ ਬਿਆਨ ਆ ਗਿਆ ਵਧਾਈਆਂ ਦਾ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਕਿ ਬੰਦਾ ਸਾਡਾ ਸਾਫ਼ ਸੁਥਰਾ ਹੈ, ਤਾਂ ਐਵੇਂ ਉਲਝਾਈ ਫਿਰਦੇ ਸੀ। ਨਾਲ ਦੀ ਨਾਲ ਅਗਲਾ ਬਿਆਨ ਆ ਗਿਆ ਜਥੇਦਾਰ ਤੋਤਾ ਸਿੰਘ ਹੋਰਾਂ ਦਾ। ਤੀਜੀ ਈਮੇਲ ਵਿਰਸਾ ਸਿੰਘ ਵਲਟੋਹਾ ਹੋਰਾਂ ਦੀ ਆ ਗਈ। ਪ੍ਰੈਸ ਰਿਲੀਜ਼ ਜਾਰੀ ਹੋ ਗਈਆਂ। ਕਾਂਗਰਸ ਤੋਂ ਅਸਤੀਫੇ ਮੰਗ ਲਏ, ਵਿਰੋਧੀਆਂ ਤੋਂ ਅਸਤੀਫੇ ਮੰਗ ਲਏ, ਵਿਸ਼ਵ ਦੇ ਵਿੱਚ ਬਦਨਾਮ ਕੀਤਾ। ਇਹ ਤਾਂ ਟੱਬਰ ਹੀ ਬੜਾ ਵਧੀਆ ਸੀ, ਇੰਨਾ ਕੁਛ ਕਹਿ ਦਿੱਤਾ ਜੀ। ਉਹਦੇ ਵਿੱਚ ਚਾਚ ਫਿਰ ਰੌਲਾ ਪੈ ਗਿਆ। ਜਦੋਂ ਰੌਲਾ ਜੀ ਮੀਡੀਆ ਵਾਲੇ ਈਡੀ ਦੇ ਦਫ਼ਤਰ ਚਲੇ ਗਏ। ਨਿਰੰਜਨ ਸਿੰਘ ਹੋਰੀ ਇਹਨਾਂ ਦਿਨਾਂ ਦੇ ਵਿੱਚ ਲੇਟ ਨਾਈਟ ਤੱਕ ਕੰਮ ਕਰਦੇ ਨੇ ਕਿਉਂਕਿ ਚਲਾਨ ਪੇਸ਼ ਹੋਣਾ 11 ਮਾਰਚ ਨੂੰ 6000 ਕਰੋੜ ਦੇ ਮਾਮਲੇ ਦੇ ਵਿੱਚ। ਜਦੋਂ ਉਹ ਉਤਰੇ ਗੱਡੀ ਚੜ੍ਹਨ ਤੋਂ ਪਹਿਲਾਂ ਉਹਨਾਂ ਨੂੰ ਘੇਰਿਆ, ਉਹਨਾਂ ਨੇ ਕੁਛ ਨਹੀਂ ਬੋਲਿਆ। ਉਹਨਾਂ ਨੂੰ ਕਲੀਨ ਚਿੱਟ ਦਾ ਪੁੱਛਿਆ, ਉਹ ਇੰਨਾ ਕਹਿ ਕੇ ਚਲੇ ਗਏ ਕਿਹੜੀ ਕਲੀਨ ਚਿੱਟ, ਮੇਰੇ ਤਾਂ ਹੱਕ ਦੇ ਵਿੱਚ ਹੀ ਨਹੀਂ ਹੈਗਾ ਕਲੀਨ ਚਿੱਟ ਦੇ ਸਕਣੀ, ਇਹ ਤਾਂ ਅਦਾਲਤ ਦੇ ਸਕਦੀ ਹੈ। ਉਸ ਤੋਂ ਬਾਅਦ ਜਿਹੜੇ ਸੀਗੇ ਜੀ ਹੁਣ ਇਹ ਮੂੰਹ ਲੁਕਾਉਂਦੇ ਫਿਰਦੇ ਨੇ ਸਿਕੰਦਰ ਸਿੰਘ ਮਲੂਕਾ, ਤੋਤਾ ਸਿੰਘ ਤੇ ਵਿਰਸਾ ਸਿੰਘ ਵਲਟੋਹਾ। ਇਹਦੇ ਉੱਤੇ ਹੁਣ ਕੋਈ ਬਿਆਨ ਨਹੀਂ ਆ ਰਿਹਾ ਕਿ ਕਿਹੜੇ ਤੱਤ ਭੜੱਥੀ ਏਡੀ ਜ਼ਰੂਰਤ ਪਈ ਸੀ। ਭੱਜ ਕੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਚਾਪਲੂਸੀ ਕਰਦੇ ਸੀਗੇ, ਕਿਤੇ ਦੂਜਾ ਬੰਦਾ ਜਿਹੜਾ ਤੌਲੀਆ ਲੈ ਕੇ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਬੂਟਾਂ ਦੇ ਉੱਤੇ ਨਾ ਮਾਰ ਜਾਵੇ ਮੇਰੇ ਤੋਂ ਪਹਿਲਾਂ। ਇਹ ਇੱਕ ਦੂਜੇ ਤੋਂ ਮੂਹਰੇ ਹੋ ਕੇ ਜਿਹੜਾ ਕਰ ਰਹੇ ਸੀਗੇ। ਹੁਣ ਜਿਹੜੀ ਆ ਜੀ ਸਰਕਾਰ ਨੂੰ ਨਮੋਸ਼ੀ ਜਿਹੜੀ ਆ ਉਹ ਹੋ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪੁੱਛਿਆ ਗਿਆ, ਕਲੀਨ ਚਿੱਟ ਜਿਹੜੀ ਮਿਲ ਗਈ, ਕਹਿੰਦੇ ਅੱਛਾ ਬੜੀ ਚੰਗੀ ਖਬਰ ਹੈ। ਫਿਰ ਉਹਨਾਂ ਨੂੰ ਅਗਲਾ ਇਹ ਦੱਸੇਗਾ ਵੀ ਨਿਰੰਜਨ ਸਿੰਘ ਹੋਰੀ ਤਾਂ ਕਹਿੰਦੇ ਕੋਈ ਦਿੱਤੀ ਨਹੀਂ, ਕਹਿੰਦੇ ਅੱਛਾ ਨਹੀਂ ਮੈਨੂੰ ਨਹੀਂ ਪਤਾ ਕਿਸੇ ਕਲੀਨ ਚਿੱਟ ਦੇ ਬਾਰੇ। ਜੀ ਬਿਲਕੁਲ ਜੀ, ਇਹਨਾਂ ਦਾ ਇਹ ਪੱਕਾ ਹੀ ਅੰਦਾਜ਼ ਹੈਗਾ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇਹ ਵੀ ਜਿਹੜੀਆਂ ਖਬਰਾਂ ਆ ਰਹੀਆਂ ਵੀ ਕੈਪਟਨ ਅਮਰਿੰਦਰ ਸਿੰਘ ਆ ਸਿਮਰਜੀਤ ਸਿੰਘ ਬੈਂਸ ਨੂੰ ਮਿਲੇ ਆ। ਮਿਲੇ ਜੀ ਇੱਥੇ ਕਿਤੇ ਲੁਧਿਆਣੇ ਦੇ ਵਿੱਚ ਕਿਸੇ ਸਮਾਗਮ ਦੇ ਵਿੱਚ ਉਹਨਾਂ ਦੀ ਮੁਲਾਕਾਤ ਜਿਹੜੀ ਹੋਈ ਆ। ਹਾਲਾਂਕਿ ਇਹ ਤਾਂ ਇਨਕਾਰ ਕੀਤਾ ਜਾ ਰਿਹਾ ਸਿਮਰਜੀਤ ਬੈਂਸ ਦੇ ਵੱਲੋਂ ਕਿ ਉਹ ਕਾਂਗਰਸ ਦੇ ਵਿੱਚ ਜਾ ਸਕਦੇ ਨੇ। ਉਹਨਾਂ ਨੇ ਕਿਹਾ ਕਿ ਮੈਂ ਤਾਂ ਸਿਰਫ ਇੱਕ ਮਹਿਜ਼ ਕਿਸੇ ਫੰਕਸ਼ਨ ਦੇ ਉੱਤੇ ਇਕੱਠੇ ਹੋਏ ਸੀ, ਉੱਥੇ ਅਸੀਂ ਲੰਚ ਦੇ ਉੱਤੇ ਜਿਹੜਾ ਸੀਗਾ ਉਹ ਇਕੱਠੇ ਜ਼ਰੂਰ ਸੀਗੇ। ਇਹ ਥੋੜੀ ਜਿਹੀ ਟੇਬਲ ਨਿਊਜ਼ ਜਿਹੜੀ ਹੈ ਜੀ ਉਹ ਜ਼ਿਆਦਾ ਲੱਗਦੀ ਹੈ ਕਿਉਂਕਿ ਇੱਦਾਂ ਦੀ ਖਬਰ ਜਿਹੜੀ ਉਹ ਛੱਡ ਕੇ ਵੇਖੀ ਜਾਂਦੀ ਆ। ਹੁੰਦੀ ਤਾਂ ਚੌਰਸ ਆ, ਟਰਾਈ ਕਰਦੇ ਨੇ ਵੀ ਰਿੜਦੀ ਹੈ ਕਿ ਨਹੀਂ ਭਲਾ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਲੰਧਰ ਦੇ ਵਿੱਚ ਲੜਕੀਆਂ ਦੀ ਜਿਹੜੀ ਜਨਮ ਦਰ ਆ ਉਹ ਵਧੀ ਆ ਜੀ। ਇਹ ਖੁਸ਼ਨੁਮਾ ਖਬਰ ਆ ਜੀ ਜਿਹੜੀ ਪੰਜਾਬ ਦੇ ਉੱਤੇ ਲੱਗਦੇ ਕੁੜੀ ਮਾਰਨ ਦਾ ਦੋਸ਼ ਜਿਹੜਾ ਜੀ ਉਹ ਜਲੰਧਰ ਨੇ ਥੋੜਾ ਜਿਹਾ ਘਟਾਉਣ ਦੀ ਜਿਹੜੀ ਆ ਜੀ ਉਹ ਕੋਸ਼ਿਸ਼ ਕੀਤੀ ਆ। ਦੁਆਬੇ ਦੇ 4 ਜ਼ਿਲ੍ਹਿਆਂ ਦੇ ਵਿੱਚੋਂ ਜਲੰਧਰ ਦੇ ਵਿੱਚ ਲਿੰਗ ਅਨੁਪਾਤ ਦੇ ਅਨੁਸਾਰ ਲੜਕੀਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ। ਸਰਕਾਰੀ ਅੰਕੜਿਆਂ ਦੇ ਵਿੱਚ ਜਲੰਧਰ 'ਚ 1000 ਕੁੜੀਆਂ ਦੇ ਪਿੱਛੇ 922 ਜਿਹੜੀਆਂ ਕੁੜੀਆਂ ਹੋ ਗਈਆਂ ਨੇ। ਪੰਜਾਬ ਦੇ ਵਿੱਚ 2011 ਦੀ ਜਿਹੜੀ ਗਿਣਤੀ ਸੀ ਉਹਦੇ ਅਨੁਸਾਰ 1000 ਲੜਕੀਆਂ ਦੇ ਪਿੱਛੇ 895 ਕੁੜੀਆਂ ਸੀ, ਜਦੋਂ ਕਿ ਜਲੰਧਰ ਜ਼ਿਲ੍ਹੇ ਦੇ ਵਿੱਚ ਉਦੋਂ 1000 ਲੜਕੀਆਂ ਦੇ ਪਿੱਛੇ 915 ਲੜਕੀਆਂ। ਹੁਸ਼ਿਆਰਪੁਰ ਦੇ ਵਿੱਚ 1000 ਪਿੱਛੇ 961, ਨਵੇਂ ਸ਼ਹਿਰ 954, ਕਪੂਰਥਲੇ 'ਚ 912 ਦਰਜ ਕੀਤੀ ਗਈ ਸੀ। ਜਲੰਧਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਪ੍ਰੈਗਨੈਂਟ ਔਰਤ ਨੇ ਜੀ ਉਹਨਾਂ ਦੀ ਰਜਿਸਟ੍ਰੇਸ਼ਨ ਆਨਲਾਈਨ ਕੀਤੇ ਜਾਣ ਦੇ ਨਾਲ ਇਹਦਾ ਫਰਕ ਪਿਆ ਕਿਉਂਕਿ ਇਹਦੇ ਨਾਲ ਜਿਹੜੀਆਂ ਪ੍ਰੈਗਨੈਂਟ ਔਰਤਾਂ ਨੇ ਜੀ ਉਹ ਸਿਹਤ ਵਿਭਾਗ ਦੇ ਸੰਪਰਕ ਦੇ ਵਿੱਚ ਜਿਹੜਾ ਜੀ ਉਹ ਰਹਿੰਦੀਆਂ ਨੇ। ਜਲੰਧਰ ਸ਼ਹਿਰ ਦੇ ਵਿੱਚ 204, ਫਲੋਰ ਦੇ ਵਿੱਚ ਸਬ ਡਿਵੀਜ਼ਨ 17, ਸ਼ਾਹਕੋਟ 14, ਨਕੋਦਰ ਵਿੱਚ ਸਬ ਡਿਵੀਜ਼ਨ 10 ਸਕਾਇਨ ਸੈਂਟਰ ਜਿਹੜੇ ਨੇ ਜੀ ਉਹ ਚੱਲ ਰਹੇ ਨੇ। ਕੁਛ ਵੀ ਨੈਗੇਟਿਵ ਖਬਰਾਂ ਤਾਂ ਰੋਜ਼ ਚੱਲਦੀਆਂ ਨੇ। ਕਿਸੇ ਵੀ ਤਰੀਕੇ ਦੇ ਨਾਲ ਇਹ ਜਿਹੜਾ ਜੀ ਆਈ ਥਿੰਕ ਡਿਪਟੀ ਕਮਿਸ਼ਨਰ ਸਾਹਿਬ ਦਾ ਵੀ ਥੋੜਾ ਬਹੁਤਾ ਇਹਦੇ ਉੱਤੇ ਹੱਥ ਹੈ। ਇਹ ਗੱਲ ਭਗਵੰਤ ਮਾਨ ਹੋਰਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਉਠਾਈ ਸੀ ਕ੍ਰਿਸ਼ਨ ਕੁਮਾਰ ਹੋਰਾਂ ਦੇ ਬਾਰੇ ਦੇ ਵਿੱਚ ਕਿ ਜਦੋਂ ਉਹ ਨਵੇਂ ਸ਼ਹਿਰ ਦੇ ਵਿੱਚ ਡਿਪਟੀ ਕਮਿਸ਼ਨਰ ਸਨ, ਉਹਨਾਂ ਨੇ ਡਿਪਟੀ ਕਮਿਸ਼ਨਰ ਹੁੰਦਿਆਂ ਹੀ ਐਸਾ ਜਿਹੜੀ ਜੀ ਏਡਾ ਵਧੀਆ ਕੰਮ ਕੀਤਾ ਸੀਗਾ ਕਿ ਨਵੇਂ ਸ਼ਹਿਰ ਦੇ ਵਿੱਚ ਉਦੋਂ ਮੁੰਡਿਆਂ ਨਾਲੋਂ ਵੱਧ ਗਈ ਸੀ ਗਿਣਤੀ ਕੁੜੀਆਂ ਦੀ। ਜੇ ਇੱਕ ਡਿਪਟੀ ਕਮਿਸ਼ਨਰ
ਕਮਿਸ਼ਨਰ ਚਾਹਵੇ ਤਾਂ ਉਹ ਕੀ ਨਹੀਂ ਕਰ ਸਕਦਾ, ਸਰਕਾਰਾਂ ਦਾ ਬਹੁਤ ਉੱਪਰ ਦੀ ਗੱਲ। ਜੀ ਜੀ ਜੀ, ਬਿਲਕੁਲ ਬਿਲਕੁਲ। ਅਤੇ ਅਗਲੀ ਜਿਹੜੀ ਗੱਲ ਹੈ ਇਸੇ ਦੇ ਨਾਲ ਹੀ ਆਪਾਂ ਕਹਿ ਸਕਦੇ ਜੁੜੀ ਹੋਈ ਆ ਵੀ ਅਕਸਰ ਜਿਹੜੀਆਂ ਇੱਥੇ ਸੁੰਦਰਤਾ ਮੁਕਾਬਲੇ ਕੁੜੀਆਂ ਦੇ ਬਹੁਤ ਜ਼ਿਆਦਾ ਕਾਲਜਾਂ ਦੇ ਵਿੱਚ ਹੋਣ ਲੱਗ ਪਏ ਆ। ਇੱਕ ਦੂਜੇ ਦੇ ਪ੍ਰਤੀ ਹੀਣ ਭਾਵਨਾ ਵਧਾਉਣ ਦੀ ਇੱਕ ਹਿਸਾਬ ਦੇ ਨਾਲ ਇਹ ਕੰਮ ਲੱਗਦੇ ਆ। ਅਦਾਲਤਾਂ ਨੇ ਅੱਜ ਕਾਲਜਾਂ ਨੂੰ ਇਹ ਜਿੰਨੇ ਵੀ ਸੁੰਦਰਤਾ ਮੁਕਾਬਲੇ ਕਰਾਉਣ ਵਾਲੇ ਆ ਉਸ ਦੇ ਉੱਤੇ ਪਾਬੰਦੀ ਦੇ ਜਿਹੜੇ ਆਦੇਸ਼ ਦੇ ਦਿੱਤੇ ਆ। ਆਖਿਆ ਗਿਆ ਜੀ, ਪਰ ਮੇਰਾ ਖਿਆਲ ਲੱਗਣੀ ਤਾਂ ਨਹੀਂ ਹੈਗੀ ਜੀ ਪਾਬੰਦੀ, ਸ਼ਾਇਦ ਲੱਗੂਗੀ ਨਹੀਂ ਏਦਾਂ ਦੀ। ਹਾਂ, ਇਹ ਗੱਲ ਤੁਹਾਡੀ ਠੀਕ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਮੁਕਾਬਲੇ ਨੇ ਉਹ ਹੋਣੇ ਨਹੀਂ ਚਾਹੀਦੇ। ਇਹ ਚੇਨਈ ਦੇ ਵਿੱਚ ਐਕਚੁਅਲੀ ਮਦਰਾਸ ਹਾਈ ਕੋਰਟ ਨੇ ਇਹ ਗੱਲ ਜਿਹੜੀ ਹੈ ਜੀ ਕਹੀ ਹੈ। ਇਹਦੇ ਉੱਤੇ ਇਤਰਾਜ਼ ਉਹਨਾਂ ਨੇ ਪ੍ਰਗਟ ਕੀਤਾ ਔਰ ਕਿਹਾ ਕਿ ਜਿਹੜੀਆਂ ਸੂਬਾ ਸਰਕਾਰਾਂ ਨੇ ਕਾਲਜਸ ਤੇ ਯੂਨੀਵਰਸਿਟੀ ਦੇ ਵਿੱਚ ਇਹਨਾਂ ਦੇ ਉੱਤੇ ਪਾਬੰਦੀ ਲਾਉਣ ਦੇ ਵਾਸਤੇ ਨੋਟਿਸ ਜਾਰੀ ਕਰਨ। ਉਹਨਾਂ ਨੇ ਯੂਨੀਵਰਸਿਟੀਜ਼ ਤੇ ਕਾਲਜਸ ਦੇ ਉੱਤੇ ਜਿਹੜਾ ਜੀ ਇਹ ਸੁੱਟਿਆ। ਮੇਰਾ ਖਿਆਲ ਨਹੀਂ ਜਿਹੜਾ ਜੀ ਇਹ ਲੱਗੂਗਾ। ਉਹਦਾ ਰੀਜ਼ਨ ਹੈ, ਇੱਕ ਰੀਜ਼ਨ ਇਹ ਹੈ ਜੀ ਕਿ ਇਹਦੇ ਪਿੱਛੇ ਜਿਹੜਾ ਜੀ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਨੇ ਨਾ ਜੀ, ਉਹਨਾਂ ਦੇ ਪ੍ਰੋਡਕਟ ਨੇ, ਉਹਨਾਂ ਨੇ ਉਹ ਆਪਣਾ ਜਿਹੜਾ ਜੀ ਸਮਾਨ ਵੇਚਣਾ ਹੁੰਦਾ। ਜਿੰਨੀ ਦੇਰ ਤੱਕ ਬਾਜ਼ਾਰ ਨਹੀਂ ਸੀ ਖੁੱਲੇ, ਬਾਜ਼ਾਰ ਕਹਿਣ ਤੋਂ ਭਾਵ ਕਿ ਇਹ ਮਾਰਕੀਟ ਜਿਹੜੀਆਂ ਓਪਨ ਨਹੀਂ ਸੀ ਹੁੰਦੀਆਂ, ਉਦੋਂ ਤੱਕ ਕਿਸੇ ਨੇ ਸੁੰਦਰਤਾ ਮੁਕਾਬਲਿਆਂ ਦੇ ਵਿੱਚ ਭਾਰਤ ਦਾ ਨਾਮ ਬਹੁਤ ਘੱਟ ਜਿਹੜਾ ਸੀਗਾ ਉਹ ਸੁਣਿਆ ਸੀਗਾ। ਉਦੋਂ ਸੁਣਨਾ ਸ਼ੁਰੂ ਹੋਇਆ ਜੀ ਜਦੋਂ ਇਹ ਮੰਡੀ ਖੁੱਲੀ ਤੇ ਫਿਰ ਜਿਹੜੇ ਸਮਾਨ ਸੀਗਾ ਉਹ ਆਪਣਾ ਵੇਚਣਾ ਸੀਗਾ, ਉਦੋਂ ਹੀ ਇਹ ਸਾਰਾ ਹੋਇਆ ਜੀ। ਹੁਣ ਤੁਸੀਂ ਦੇਖਿਆ ਹੋਣਾ ਜਿਹਨਾਂ ਮੁਲਕਾਂ ਦੇ ਵਿੱਚ ਅਜੇ ਡਿਵੈਲਪਮੈਂਟ ਹੋਣੀ ਹੈ, ਉੱਥੋਂ ਦੀਆਂ ਕੁੜੀਆਂ ਸੁੰਦਰਤਾ ਮੁਕਾਬਲਾ ਦੇ ਵਿੱਚ ਪਹਿਲੇ ਨੰਬਰ ਤੇ ਕਿਉਂ ਆਉਣੀਆਂ ਸ਼ੁਰੂ ਹੋ ਗਈਆਂ? ਇਸ ਕਰਕੇ ਕਿ ਇਹ ਮੰਡੀ ਜਿਹੜੀ ਹੈ ਜੀ ਉਹ ਕੈਪਚਰ ਹੋ ਰਹੀ ਹੈ। ਇਸ ਕਰਕੇ ਇਹ ਬਹੁਤ ਵੱਡਾ ਇੱਕ ਤੁਸੀਂ ਇਹ ਕਹਿ ਲਓ ਕਿ ਗੈਂਗ ਹੈ ਜੀ ਜਿਹੜਾ ਇਹਨੂੰ ਸਾਰੇ ਕੁਛ ਨੂੰ ਚਲਾਉਂਦਾ। ਇਸ ਕਰਕੇ ਏਦਾਂ ਸੌਖਾ ਨਹੀਂ ਹੈ ਜੀ ਇਹਨਾਂ ਦੇ ਉੱਤੇ ਪਾਬੰਦੀ ਲੱਗਣੀ। ਜੀ 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 ਜੀ। ਤੇ ਅਗਲੀ ਜਿਹੜੀ ਆਪਾਂ ਜਾਣ ਤੋਂ ਪਹਿਲਾਂ ਗੱਲ ਕਰਦੇ ਹਾਂ, ਨਿਤਿਸ਼ ਕਟਾਰਾ ਕੇਸ ਦੇ ਵਿੱਚ ਜਿਹੜੇ 3 ਦੋਸ਼ੀ ਆ ਉਹਨਾਂ ਦੀ ਸਜ਼ਾ ਜਿਹੜੀ ਵਧਾਈ ਗਈ ਹੈ। ਬਿਲਕੁਲ ਜੀ, ਇਹ ਐਕਚੁਅਲੀ ਗਏ ਸੀਗੇ ਹਾਈ ਕੋਰਟ ਦੇ ਵਿੱਚ, ਪੈ ਗਿਆ ਉਲਟਾ ਕੰਮ। ਜਿਹੜਾ ਹਾਈ ਕੋਰਟ ਨੇ ਬੜੀ ਸਖਤ ਸਜ਼ਾ ਇਸ ਮਾਮਲੇ ਦੇ ਵਿੱਚ ਸੁਣਾਈ। ਇੱਕ ਤਾਂ 50 ਲੱਖ ਰੁਪਈਆ ਇਹਨਾਂ ਨੂੰ ਜੁਰਮਾਨਾ ਕੀਤਾ। ਇਹ ਆਨਰ ਕਿਲਿੰਗ ਦਾ ਮਾਮਲਾ ਸੀਗਾ, ਜਿਹੜੀ ਕਿ ਡੀਪੀ ਯਾਦਵ ਇੱਕ ਬਾਹੂਬਲੀ ਆ ਜਿਹੜਾ ਗੁੰਡਾ ਟਾਈਪ ਦਾ ਨੇਤਾ, ਉਹਦੀ ਕੁੜੀ ਦਾ ਪ੍ਰੇਮ ਪ੍ਰਸੰਗ ਸੀਗਾ ਜੀ ਜਨਾਬ। ਤੋਂ ਉੱਥੇ ਜਿਹੜਾ ਸੀਗਾ ਜੀ ਇਹ ਇਹਨੂੰ ਚੁੱਕ ਕੇ ਮਾਰ ਦਿੱਤਾ ਸੀਗਾ ਕੁੜੀ ਦੇ ਭਰਾ ਨੇ, ਔਰ ਇਹ ਬੰਦੇਲਖੰਡ ਦੇ ਵਿੱਚ ਨਹਿਰ ਦੇ ਵਿੱਚ ਸਣੇ ਕਾਰ ਦੇ ਜਿਹੜਾ ਸੀਗਾ ਉਹ ਸੁੱਟ ਦਿੱਤਾ ਸੀਗਾ। ਤੋਂ ਉਦੋਂ ਬਾਅਦ ਜਿਹੜਾ ਜੀ ਇਹ ਮਾਮਲਾ ਚੱਲਿਆ, ਪਤਾ ਹੀ ਨਹੀਂ ਸੀ ਲੱਗਦਾ ਕਿ ਉਹ ਗਿਆ ਕਿੱਥੇ। ਇਹਦੇ ਉੱਤੇ ਇੱਕ ਹਿੰਦੀ ਦੀ ਫਿਲਮ ਵੀ ਬਣੀ ਸੀਗੀ ਜੀ, ਔਰ ਸਾਰੀ ਉਹਦੇ ਵਿੱਚ ਡਿਟੇਲ ਦੱਸੀ ਗਈ ਸੀ, ਸਟੋਰੀ ਉਹਦੇ ਵਿੱਚ ਸੁਣਾਈ ਗਈ ਸੀਗੀ ਕਿ ਕਿਹੜੇ ਤਰੀਕੇ ਦੇ ਨਾਲ ਇਹ ਕਤਲ ਹੋਇਆ। ਹੁਣ ਅਦਾਲਤ ਨੇ ਜਿਹੜਾ ਇਹਦੇ ਵਿੱਚ ਅਹਿਮ ਫੈਸਲਾ ਕੀਤਾ, ਇੱਕ ਤਾਂ ਜਿਹੜੀ 25 ਸਾਲ ਦੀ ਸਜ਼ਾ ਜਿਹੜੀ ਆ ਉਹ ਵਿਸ਼ਾਲ ਯਾਦਵ ਤੇ ਵਿਕਾਸ ਯਾਦਵ ਨੂੰ ਸੁਣਾਈ ਗਈ ਹੈ। ਇਹਦੇ ਵਿੱਚ ਇਹਨਾਂ ਨੂੰ ਕੋਈ ਛੋਟ ਨਹੀਂ ਹੋਊਗੀ। ਛੋਟ ਤੋਂ ਭਾਵ 25 ਸਾਲ ਕੱਟਣੇ ਪੈਣਗੇ, ਦਿਨ ਰਾਤ ਨਹੀਂ ਗਿਣੇ ਜਾਣੇ। ਦੂਜਾ ਇਹਦੇ ਵਿੱਚ ਜਿਹੜਾ ਅਹਿਮ ਫੈਸਲਾ ਉਹਨਾਂ ਨੇ ਕੀਤਾ ਕਿ ਕਿਉਂਕਿ ਇਹ ਬਿਮਾਰੀ ਦਾ ਬਹਾਨਾ ਬਣਾ ਕੇ ਨਾ ਜੀ ਕਾਫੀ ਦੇਰ ਹਸਪੀਟਲ ਜਾਂਦੇ ਰਹੇ ਨੇ, ਹੁਣ ਅਦਾਲਤ ਨੇ ਕਹਿਤਾ ਕਿ ਜਿਹੜਾ ਤੁਸੀਂ ਇਹ ਟਾਈਮ ਹਸਪੀਟਲ ਦੇ ਵਿੱਚ ਕੱਟਿਆ ਉਹ ਤੁਹਾਡੀ ਸਜ਼ਾ ਦੇ ਵਿੱਚ ਨਹੀਂ ਗਿਣਿਆ ਜਾਊਗਾ। ਉਹ ਤੋਂ ਬਿਨਾਂ ਜਿਹੜਾ ਜੀ ਇਹ ਵੱਖਰਾ ਹੋਊਗਾ, ਭਾਵ ਕਿ ਸੈਪਰੇਟਲੀ ਜਿਹੜੀ ਹੈ ਜੀ ਉਹਨਾਂ ਨੂੰ ਸਾਰੀ ਸਜ਼ਾ ਕੱਟਣੀ ਪਊਗੀ। ਬੇਹੱਦ ਸਖਤ ਸਜ਼ਾ ਜਿਹੜੀ ਹੈ ਜੀ ਇਹ ਇਸ ਮਾਮਲੇ ਦੇ ਵਿੱਚ ਆਨਰ ਕਿਲਿੰਗ ਵਾਲੇ ਮਾਮਲੇ ਦੇ ਵਿੱਚ ਅਦਾਲਤ ਨੇ ਸੁਣਾਈ ਹੈ। ਅਦਾਲਤ ਦੀ ਪਿੱਠ ਥਾਪੜਨੀ ਚਾਹੀਦੀ ਹੈ ਜੀ ਇਸ ਮਾਮਲੇ ਦੇ ਵਿੱਚ ਕਿ ਉਹਨੇ ਇੰਨਾ ਸਖਤ ਫੈਸਲਾ ਜਿਹੜਾ ਜੀ ਉਹ ਲਿਆ। ਜੀ ਜੀ ਜੀ। ਤੇ ਬਿਲਕੁਲ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਜਿਹੜੀਆਂ ਖਬਰਾਂ, ਕਿੱਥੇ ਪਿੱਛੇ ਕੀ ਚੱਲ ਰਿਹਾ ਆ ਉਸ ਦੇ ਬਾਰੇ ਤੁਹਾਨੂੰ ਜਿਹੜੀ ਜੀ ਜਾਣਕਾਰੀ ਦਿੱਤੀ। ਤੇ ਬਿਲਕੁਲ ਦਿੱਲੀ ਦੇ ਵਿੱਚ ਜਿਹੜੀਆਂ ਚੋਣਾਂ, ਜਿਹੜੀਆਂ ਵੋਟਾਂ ਆ ਉਹ ਜਿਹੜੀਆਂ ਜੀ ਪੈ ਰਹੀਆਂ ਤੇ ਜਲਦ ਹੀ ਨਤੀਜੇ 10 ਤਰੀਕ ਨੂੰ ਜਿਹੜੇ ਨਤੀਜੇ ਆ ਭਾਰਤੀ ਜਿਹੜੇ ਜੀ ਤਰੀਕ ਦੇ ਹਿਸਾਬ ਨਾਲ ਆਉਣਗੇ। ਸੋ ਇੱਥੋਂ ਵੀ ਅਸੀਂ ਤੁਹਾਨੂੰ ਜਿਹੜੇ ਅਪਡੇਟ ਆ ਅਸੀਂ ਕਰਦੇ ਰਵਾਂਗੇ, ਕੌਣ ਅੱਗੇ ਚੱਲ ਰਿਹਾ, ਕੌਣ ਪਿੱਛੇ ਚੱਲ ਰਿਹਾ, ਕਿਸ ਦੀ ਸਰਕਾਰ ਬਣਨ ਵਾਲੀ ਆ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜ ਨਾਮਾ ਕਿ ਚੇਲਾ ਕੀਤਾ ਸੀ ਆਪ ਨਿਤੀਸ਼ ਮੂਹਰੇ, ਲੱਗਦਾ ਹੋ ਗਿਆ ਅੱਜ ਉਡਾਰ ਬੇਲੀ। ਜੀ ਜੀ। ਚੇਲਾ ਕੀਤਾ ਸੀ ਆਪ ਨਿਤੀਸ਼ ਮੂਹਰੇ, ਲੱਗਦਾ ਹੋ ਗਿਆ ਅੱਜ ਉਡਾਰ ਬੇਲੀ। ਦਬਕਾ ਘੂਰੀ ਨਹੀਂ ਮੰਨਦਾ ਪਾਰਟੀ ਦੀ, ਨਹੀਂ ਉਹ ਮੰਨਦਾ ਲਾਡ ਪਿਆਰ ਬੇਲੀ। ਜੀ। ਪਾਸਵਾਨ ਵੀ ਉਧਰ ਸਰਗਰਮ ਪੂਰਾ ਰਿਹਾ, ਮਾਂਝੀ ਨੂੰ ਅੱਖਾਂ ਹੈ ਮਾਰ ਬੇਲੀ। ਕਹਿੰਦਾ ਮੋਦੀ ਦੇ ਆ ਤੂੰ ਲੱਗ ਚਰਨੀ, ਕਾਰਜ ਦੇਵੇਗਾ ਤੇਰਾ ਉਹ ਸਾਰ ਬੇਲੀ। ਜੀ। ਕਰ ਗਿਆ ਭੁੱਲ ਨਿਤੀਸ਼ ਕੁਮਾਰ ਵੱਡੀ, ਮੱਥਾ ਪਕੜ ਕੇ ਪਿਆ ਪਛਤਾਏ ਬੇਲੀ। ਜੀ। ਕਰ ਗਿਆ ਭੁੱਲ ਨਿਤੀਸ਼ ਕੁਮਾਰ ਵੱਡੀ, ਮੱਥਾ ਪਕੜ ਕੇ ਪਿਆ ਪਛਤਾਏ ਬੇਲੀ। ਜਿਹੜਾ ਪੁਲਾਂ ਦੇ ਹੇਠੋਂ ਦੀ ਲੰਘ ਚੁੱਕਾ, ਪਾਣੀ ਪਰਤ ਕੇ ਕਦੀ ਨਾ ਆਏ ਬੇਲੀ। ਕਦੇ ਨਾ ਆਏ ਬੇਲੀ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਖਬਰਾਂ ਦੇ ਪਿੱਛੇ ਕੀ ਚੱਲ ਰਿਹਾ ਆ ਉਹ ਸਾਡੇ ਤੱਕ ਸਰੋਤਿਆਂ ਤੱਕ ਪਹੁੰਚਾਇਆ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਸਤਿ ਸ੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ
USA।